ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਬਿਰਥਾ ਪਰਵਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ। ਅਵਰ ਛੂਟੀ ਸਭ ਆਸ, ਅਚਿੰਤ ਠਾਕੁਰ ਭੇਟੇ ਗੁਣ ਤਾਸ। ਬਿਰਥਾ ਪਰਵਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ। ਅਵਰ ਛੂਟੀ ਸਭ ਆਸ, ਅਚਿੰਤ ਠਾਕੁਰ ਭੇਟੇ ਗੁਣ ਤਾਸ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੈ ਪੂਰਾ। ਹਰਿ ਹਰਿ ਹਰ ਗੁਣ ਗਾਏ ਮਨ ਮੇਰੇ। ਰਹਾਉ ਤੁਮ ਹੀ ਕਾਰਨ ਕਰਨ, ਚਰਨ ਕਮਲ ਹਰ ਸਰਨ। ਮਨ ਤਨ ਹਰਿ ਉਹੀ ਧਿਆਇਆ, ਆਨੰਦ ਹਰ ਰੂਪ ਦਿਖਾਇਆ। ਤਿਸ ਹੀ ਕੀ ਓਟ ਸਦੀਵ, ਜਾ ਕੇ ਕੀਨੇ ਹੈ ਜੀਵ। ਸਿਮ
ਸਿਮਰਤ ਹਾਰ ਕਰਤ ਨਿਧਾਨ, ਰਾਖਨ ਹਾਰ ਨਿਦਾਨ। ਸਰਬ ਕੀ ਰੇਣ ਹੋਵੀਜੈ, ਆਪ ਮਿਟਾਏ ਮਿਲੀਜੈ। ਅਨ ਦਿਨ ਧਿਆਈਐ ਨਾਮ, ਸਫਲ ਨਾਨਕ ਇਹੋ ਕਾਮ। ਸਰਬ ਕੀ ਰੇਣ ਹੋਵੀਜੈ, ਆਪ ਮਿਟਾਏ ਮਿਲੀਜੈ। ਆਨ ਦਿਨ ਧਿਆਈਐ ਨਾਮ, ਸਫਲ ਨਾਨਕ ਇਹੋ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ, ਗਰੀਬ ਨਵਾਜ ਅੰਤਰਜਾਮੀ। ਤਖਤ ਚੌਰ ਛਤਰ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਗੁਰੂ ਘਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ 5 ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਸਤਿਗੁਰਾਂ ਨੇ ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਇਹ ਵੇਲਾ ਵੀ ਧੰਨ ਹੈ, ਘੜੀ ਵੀ ਧੰਨ ਹੈ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ। ਧੰਨ ਸੋ ਦਿਨਸ ਸੰਜੋਗੜਾ, ਜਿਤ ਡਿੱਠਾ ਗੁਰ ਦਰਸਾਰ। ਜਿਸ ਵੇਲੇ ਗੁਰੂ ਸਾਹਿਬ ਜੀ ਕਾ ਦੀਦਾਰ ਪ੍ਰਾਪਤ ਹੋਵੇ। ਤੇ ਟੱਲ ਭੱਟ ਜੀ ਦਾ ਇਹ ਬਚਨ ਹੈ ਕਿ ਗੁਰੂ ਸਾਹਿਬ ਜੀ ਦੇ ਸਹਿਜ ਸੁਭਾਅ ਦਰਸ਼ਨ ਕੀਤਿਆਂ ਜਨਮ ਤੇ ਮਰਨ ਦਾ ਦੁੱਖ ਮਿਟ ਜਾਂਦਾ ਹੈ। ਦੁੱਖ ਤਾਂ ਸਾਧ ਸੰਗਤ ਜੀ ਅਨੇਕਾਂ ਹਨ। ਮਹਾਰਾਜ ਸਾਹਿਬ ਜੀ ਨੇ ਆਖਿਆ ਸਾਰਾ ਸੰਸਾਰ ਹੀ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀ ਹੈ ਤੇ ਦੁੱਖ ਅਨੇਕਾਂ ਪ੍ਰਕਾਰ ਦੇ ਹਨ। ਪਰ ਸਭ ਤੋਂ ਵੱਡੇ ਜਨਮ ਤੇ ਮਰਨ ਦੇ 2 ਦੁੱਖ ਹਨ। ਟੱਲ ਭੱਟ ਜੀ ਕਹਿੰਦੇ ਸੋ ਕਹੋ ਟੱਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਗੁਰੂ ਸਾਹਿਬ ਜੀ ਦੀ ਸੇਵਾ ਕਰੀਏ, ਗੁਰੂ ਸਾਹਿਬ ਜੀ ਦਾ ਸਿਮਰਨ ਕਰੀਏ, ਸੇਵਨ ਕਰੀਏ ਦਿਨੇ ਰਾਤ। ਅਹਨਿਸ ਸਹਿਜ ਸੁਭਾਏ, ਸਹਿਜ ਸੁਭਾਏ ਗੁਰੂ ਸਾਹਿਬ ਜੀ ਕੇ ਦੀਦਾਰ ਕਰੀਏ। ਫਿਰ ਕੀ ਹੋਵੇਗਾ? ਦਰਸ਼ਨ ਪਰਸੇਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਗੁਰੂ ਕਾ ਦਰਸ਼ਨ ਕਰਨ ਦੇ ਨਾਲ ਜਨਮ ਤੇ ਮਰਨ ਦਾ ਦੁੱਖ ਚਲੇ ਜਾਵੇਗਾ, ਦੁੱਖ ਨਿਵਰਤ ਹੋ ਜਾਵੇਗਾ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕਰਦਿਆਂ ਹੋਇਆਂ ਜੋ ਲੜੀਵਾਰ ਰੂਪ ਵਿੱਚ ਅੱਜ ਦਾ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ। 896 ਅੰਗ ਤੇ ਇਹ ਪਾਵਨ ਸ਼ਬਦ ਸੋਭਨੀਕ ਹੈ। ਰਾਮਕਲੀ ਰਾਗ ਦੇ ਅੰਦਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ
ਸਤਿਗੁਰਾਂ ਨੇ ਰਾਗਾਂ ਤੇ ਰਾਗਣੀਆਂ ਦੇ ਵਿੱਚ ਉਚਾਰਨ ਕੀਤੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ, ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਡਹੰਸ ਸੋਰਠ ਧਨਾਸਰੀ ਤੇ ਜੈਤਸਰੀ, ਟੋਡੀ ਤੇ ਬੈਰਾੜੀ ਉਹ ਤਿਲੰਗ ਸੂਹੀ ਛਾਇਓ ਹੈ। ਜੋ ਰਾਮਕਲੀ ਰਾਗ ਹੈ, ਇਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 18ਵਾਂ ਸਥਾਨ ਹੈ। ਸਾਧ ਸੰਗਤ ਜੀ, ਤੋ ਗਰੀਬ ਨਵਾਜ ਸਾਹਿਬ ਜੀ ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਜਿਨ੍ਹਾਂ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ 30 ਰਾਗਾਂ ਦੇ ਵਿੱਚ ਹੈ। ਸਾਧ ਸੰਗਤ ਜੀ, ਜੋ ਬਾਣੀ ਗੁਰੂ ਸਾਹਿਬ ਜੀ ਨੇ ਰਾਗਾਂ ਵਿੱਚ ਉਚਾਰਨ ਕੀਤੀ ਹੈ, ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ 30 ਰਾਗ ਰਾਗਣੀਆਂ ਬਣਦੇ ਹਨ। ਅੱਗੇ ਜੈਜਾਵੰਤੀ 31ਵਾਂ ਹੈ, ਉਸ ਵਿੱਚ ਨਾਵੇਂ ਪਾਤਸ਼ਾਹ ਦੇ 4 ਸ਼ਬਦ ਹਨ। ਸੋਭਨੀਕ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੀ ਬਾਣੀ 30 ਰਾਗਾਂ ਦੇ ਵਿੱਚ ਆਉਂਦੀ ਹੈ। ਤਾਂ ਮਹਾਰਾਜ ਸਾਹਿਬ ਜੀ ਇਹ ਜੋ ਰਾਮਕਲੀ ਰਾਗ ਹੈ, 18ਵਾਂ ਰਾਗ ਹੈ, ਇਸ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਬਿਰਥਾ ਪਰਵਾਸਾ ਲੋਕ। ਮਹਾਰਾਜ ਸਾਹਿਬ ਜੀ ਉੱਤਮ ਬਖਤੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਸ ਸ਼ਬਦ ਦੇ ਰਾਹੀਂ ਉੱਤਮ ਬਖਤਾ ਉਹ ਹੁੰਦਾ ਹੈ ਜੋ ਆਪਣੇ ਮਨ ਦੇ ਪ੍ਰਥਾਏ ਉਪਦੇਸ਼ ਦੇਵੇ, ਜੋ ਆਪਣੇ ਆਪ ਨੂੰ ਉਪਦੇਸ਼ ਦੇਵੇ। ਆਪਣੇ ਆਪ ਨੂੰ ਉਪਦੇਸ਼ ਦੇਣ ਵਾਲੇ ਨੂੰ ਉੱਤਮ ਬਖਤਾ ਆਖਿਆ ਹੈ। ਮਨ ਦੇ ਪ੍ਰਥਾਏ ਜੋ ਉਪਦੇਸ਼ ਦੇਣਾ ਹੈ। ਉਪਦੇਸ਼ ਤਾਂ ਸਾਰੀ ਸ੍ਰਿਸ਼ਟੀ ਨੂੰ ਦਿੱਤਾ ਹੈ ਮਹਾਰਾਜ ਸਾਹਿਬ ਜੀ ਨੇ, ਪਰ ਗਰੀਬ ਨਵਾਜ ਸਾਹਿਬ ਜੀ ਨੇ ਰਹਾਉ ਦੀਆਂ ਤੁਕਾਂ ਵਿੱਚ ਕਿਹਾ ਹੈ, ਏਕੋ ਨਾਮ ਧਿਆਏ ਮਨ ਮੇਰੇ। ਮੇਰੇ ਮਨ, ਹੇ ਮੇਰੇ ਮਨਾ, ਇੱਕ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰ। ਆਪਣੇ ਆਪ ਨੂੰ ਉਪਦੇਸ਼ ਦਿੱਤਾ ਹੈ। ਤਾਂ ਇਸੇ ਤਰ੍ਹਾਂ ਕੋਈ ਬਖਤਾ ਜਿਹੜਾ ਹੈ ਉਹ ਦੂਸਰੇ ਨੂੰ ਉਪਦੇਸ਼ ਦਿੰਦਾ ਹੈ, ਕੋਈ ਤਾੜਨਾ ਦੇ ਨਾਲ ਉਪਦੇਸ਼ ਦਿੰਦਾ ਹੈ, ਪਰ ਮਹਾਰਾਜ ਸਾਹਿਬ ਜੀ ਨੇ ਆਪਣੇ ਮਨ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸਾਨੂੰ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਬਖਸ਼ਿਆ। ਇਹਦਾ ਭਾਵ ਇਹ ਵੀ ਹੈ ਕਿ ਭਾਈ ਆਪਣੇ ਆਪ ਨੂੰ ਸਮਝਾਈਏ, ਆਪਣੇ ਮਨ ਨੂੰ ਸਮਝਾਈਏ। ਬਿਰਥਾ ਪਰਵਾਸਾ ਲੋਕ, ਲੋਕ ਜਿੰਨੇ ਵੀ ਲੋਕ ਹਨ, ਇਹ ਸੰਸਾਰ ਦੇ ਲੋਕ, ਸੱਜਣ ਮਿੱਤਰ, ਸਾਕ ਸੰਬੰਧੀ, ਇਹਨਾਂ ਸਾਰਿਆਂ ਦਾ ਜੋ ਭਰੋਸਾ ਹੈ ਨਾ, ਇਹ ਮਹਾਰਾਜ ਕਹਿੰਦੇ ਬਿਰਥਾ ਹੈ, ਵਿਅਰਥ ਹੈ। ਬਿਰਥਾ ਪਰਵਾਸਾ ਲੋਕ, ਸੰਸਾਰ ਦੇ ਲੋਕਾਂ ਦਾ ਜਿਹੜਾ ਮਦਦ ਦਾ ਇੱਕ ਖਿਆਲ ਰੱਖਣਾ ਹੈ ਵੀ ਇਹ ਲੋਕ ਮੇਰੀ ਮਦਦ ਕਰਨਗੇ, ਲੋਕ ਮੇਰੀ ਸਹਾਇਤਾ ਕਰਨਗੇ, ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਬਿਰਥਾ ਹੀ ਪ੍ਰਵਾਸਾ ਹੈ। ਲੋਕਾਂ ਦੀ ਮਦਦ ਦੀ ਜਿਹੜੀ ਆਸ ਰੱਖਣੀ ਹੈ, ਵਿਅਰਥ ਹੀ ਹੈ। ਸਤਿਗੁਰੂ ਕਹਿੰਦੇ ਤਾਂ ਸੁੱਖਾਂ ਦੇ ਬੇਲੀ ਹਨ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਜਦੋਂ ਸੁੱਖ ਹੋਵੇਗਾ ਤੇ ਫਿਰ ਬਹੁਤੇ ਆ ਕੇ ਮਿਲ ਕੇ ਬੈਠ ਜਾਣਗੇ। ਸੁੱਖ ਨੂੰ ਵੰਡਾਉਣ ਵਾਲੇ ਦੁਨੀਆ ਦੇ ਲੋਕ ਬਹੁਤੇ ਇਕੱਠੇ ਹੋ ਜਾਣਗੇ, ਆਲੇ ਦੁਆਲੇ ਘੇਰਾ ਘੱਤ ਕੇ ਬਹਿ ਜਾਣਗੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੇ ਸਭ ਹੀ ਸੰਗ ਛਾੜਿਤ, ਕੋਊ ਨਾ ਆਵਤ ਨੇਰੈ। ਬਿਪਤਾ ਪੈ ਗਈ ਤੇ ਸਾਰਿਆਂ ਨੇ ਸਾਥ ਛੱਡ ਜਾਣਾ, ਫਿਰ ਕੋਈ ਵੀ ਨੇੜੇ ਨਹੀਂ ਆਉਂਦਾ। ਜਿਵੇਂ ਕਿਸੇ ਗੁਰਮੁਖ ਦਾ ਕਥਨ ਹੈ, ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ।
ਤਾਂ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਜੋ ਦੁਨੀਆ ਦੇ ਲੋਕਾਂ ਦਾ ਭਰੋਸਾ ਰੱਖਣਾ ਹੈ ਨਾ ਕਿ ਮੇਰੀ ਰੱਖਿਆ ਕਰਨਗੇ, ਉਹ ਵਿਅਰਥ ਹੀ ਹੈ, ਉਹ ਨਿਸਫਲ ਹੈ। ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ। ਇੱਥੇ ਲੋਕ ਵਿੱਚ ਹੀ ਇਹ ਲੋਕ ਸਾਥ ਛੱਡ ਜਾਂਦੇ ਹਨ, ਮਾਤ ਲੋਕ ਵਿੱਚ ਹੀ, ਤੇ ਪਰਲੋਕ ਵਿੱਚ ਇਹਨਾਂ ਨੇ ਕੀ ਸਾਥ ਨਿਭਾਉਣਾ ਹੈ? ਉੱਥੇ ਇਹਨਾਂ ਵਿੱਚੋਂ ਕੌਣ ਨਾਲ ਜਾਵੇਗਾ? ਵਾਹਿਗੁਰੂ ਜੀ ਨੇ ਹੀ ਸਹਾਇਤਾ ਕਰਨੀ ਹੈ, ਪ੍ਰਭੂ ਦੇ ਨਾਮ ਨੇ ਹੀ ਸਹਾਇਤਾ ਕਰਨੀ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਮਾਤਾ ਪਿਤਾ ਪੁੱਤਰਾਂ ਭੈਣ ਭਰਾਵਾਂ ਨੇ ਨਾਲ ਨਹੀਂ ਜਾਣਾ, ਉੱਥੇ ਜਪੇ ਹੋਏ ਨਾਮ ਨੇ ਨਾਲ ਸਹਾਇਤਾ ਕਰਨੀ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਕੇਵਲ ਇੱਕ ਵਾਹਿਗੁਰੂ ਜੀ ਦਾ ਨਾਮ ਤੇਰੇ ਨਾਲ ਜਾਵੇਗਾ। ਇਸ ਕਰਕੇ ਸਭ ਲੋਕਾਂ ਦਾ ਜਿਹੜਾ ਪ੍ਰਭਾਸਾ ਰੱਖਣਾ ਹੈ, ਮਦਦ ਦੀ ਆਸ ਰੱਖਣੀ ਹੈ, ਭਰੋਸਾ ਰੱਖਣਾ ਹੈ, ਉਹ ਨਿਸਫਲ ਹੈ, ਵਿਅਰਥ ਹੈ। ਠਾਕੁਰ ਪ੍ਰਭ ਤੇਰੀ ਟੇਕ। ਠਾਕੁਰ ਜੋ ਸਾਰਿਆਂ ਦਾ ਸੁਆਮੀ ਹੈ, ਠਾਕੁਰ ਜੋ ਰਚਨਾ ਪਾਲਣਾ ਲੈਤਾ ਕਰਨ ਵਾਲਾ ਹੈ, ਪ੍ਰਭ ਜੋ ਪ੍ਰਭਤਾ ਵਾਲਾ ਪ੍ਰਭੂ ਪਰਮੇਸ਼ਰ ਹੈ। ਹੇ ਠਾਕੁਰ ਪ੍ਰਭੂ ਜੀ ਤੇਰੀ ਟੇਕ। ਸਾਨੂੰ ਤਾਂ ਮਾਰੇ ਕਹਿੰਦੇ ਤੇਰੀ ਹੀ ਟੇਕ ਹੈ। ਅਸੀਂ ਦੁਨੀਆ ਦੀ ਟੇਕ ਨਹੀਂ ਰੱਖੀ ਹੈ, ਅਸੀਂ ਸੰਸਾਰ ਦੀ ਟੇਕ ਨਹੀਂ ਰੱਖੀ ਹੈ। ਦੁਨੀਆ ਦੇ ਲੋਕਾਂ ਦੀ ਜਿਹੜੀ ਟੇਕ ਹੈ, ਜੋ ਪ੍ਰਭਾਸਾ ਹੈ, ਇਹ ਬਿਰਥਾ ਹੈ, ਨਿਸਫਲ ਹੈ, ਖਾਲੀ ਹੈ। ਪਰ ਹੇ ਮਾਲਕ ਜੀ ਤੇਰੀ ਟੇਕ ਸਭ ਤੋਂ ਵੱਡੀ ਹੈ, ਤੇਰੀ ਸ਼ਰਨ ਸਭ ਤੋਂ ਵੱਡੀ ਹੈ। ਜਿਹੜਾ ਵੀ ਜੀਵ ਤੇਰੀ ਟੇਕ ਲੈ ਲੈਂਦਾ ਹੈ, ਤੁਸੀਂ ਲੋਕ ਵਿੱਚ ਵੀ ਸਹਾਇਤਾ ਕਰਦੇ ਹੋ ਤੇ ਪਰਲੋਕ ਵਿੱਚ ਵੀ ਮਦਦ ਕਰਦੇ ਹੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਤੁਸੀਂ ਕਰ ਦਿੰਦੇ ਹੋ। ਹਲਤ ਵਿੱਚ ਵੀ ਸੁੱਖ ਦਿੰਦੇ ਹੋ, ਪਲਤ ਵਿੱਚ ਵੀ ਸੁੱਖ ਦਿੰਦੇ ਹੋ। ਜਿਹੜਾ ਵੀ ਜੀਵ ਤੇਰੀ ਟੇਕ ਲੈ ਲੈਂਦਾ ਹੈ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਉਸ ਵਾਹਿਗੁਰੂ ਜੀ ਦਾ ਨਾਮ ਸਦਾ ਲਈਏ, ਉਸ ਵਾਹਿਗੁਰੂ ਜੀ ਦੀ ਟੇਕ ਸਦਾ ਗ੍ਰਹਿਣ ਕਰੀਏ, ਜੋ ਪਰਮੇਸ਼ਰ ਲੋਕ ਵਿੱਚ ਵੀ ਮਦਦ ਕਰਦਾ ਹੈ ਤੇ ਪਰਲੋਕ ਵਿੱਚ ਵੀ ਮਦਦ ਕਰਦਾ ਹੈ। ਠਾਕੁਰ ਪ੍ਰਭ ਤੇਰੀ ਟੇਕ। ਹੇ ਮਾਲਕ ਪ੍ਰਭੂ ਜੀ ਸਾਨੂੰ ਤਾਂ ਤੇਰੀ ਹੀ ਟੇਕ ਹੈ, ਤੇਰਾ ਹੀ ਆਸਰਾ ਹੈ। ਔਰ ਛੂਟੀ ਸਭ ਆਸ। ਸਾਡੇ ਅੰਦਰੋਂ ਹੋਰ ਸਾਰਿਆਂ ਦੀ ਆਸ ਜਿਹੜੀ ਉਹ ਛੁੱਟ ਗਈ ਹੈ। ਅਸੀਂ ਕਿਸੇ ਦੇ ਉੱਤੇ ਆਸ ਨਹੀਂ ਰੱਖੀ ਹੈ, ਆਸ ਰੱਖੀ ਹੈ ਇੱਕ ਵਾਹਿਗੁਰੂ ਜੀ ਦੇ ਉੱਤੇ, ਟੇਕ ਰੱਖੀ ਹੈ ਇੱਕ ਪ੍ਰਭੂ ਜੀ ਦੇ ਉੱਤੇ, ਪਰਮੇਸ਼ਰ ਦੇ ਉੱਤੇ। ਤੇ ਸਾਨੂੰ ਵੀ ਮਹਾਰਾਜ ਸਾਹਿਬ ਜੀ ਇਹੀ ਸਿੱਖਿਆ ਦਿੰਦੇ ਵੀ ਗੁਰੂ ਕੇ ਪਿਆਰਿਓ ਗੁਰਸਿੱਖੋ ਸੰਸਾਰ ਦੇ ਜੀਵੋ, ਜੇ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਆਸ ਰੱਖੀਏ ਤੇ ਤੁਸੀਂ ਵੀ ਉਸ ਪ੍ਰਭੂ ਦੀ ਆਸ ਰੱਖੋ। ਅਸੀਂ ਵੀ ਉਸ ਵਾਹਿਗੁਰੂ ਜੀ ਦੀ ਟੇਕ ਲਈ ਹੈ, ਗੁਰਸਿੱਖੋ ਤੁਸੀਂ ਵੀ ਉਸ ਵਾਹਿਗੁਰੂ ਜੀ ਦੀ ਟੇਕ ਲਓ। ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਪ੍ਰਭੂ ਦੇ ਨਾਮ ਨੂੰ ਧਿਆਉਣ ਦੇ ਨਾਲ ਸਾਰੇ ਕਾਰਜ ਰਾਸ ਆ ਜਾਣਗੇ, ਸਾਰੇ ਕਾਰਜ ਰਾਸ ਹੋ ਜਾਣਗੇ, ਕਾਰਜ ਪੂਰੇ ਹੋ ਜਾਣਗੇ। ਜਦੋਂ ਪੰਚਮ ਪਾਤਸ਼ਾਹ ਗੁਰਦੇਵ ਗੁਰਤਾ ਗੱਦੀ ਦੇ ਤਖਤ ਤੇ ਬੈਠੇ 1638 ਬਿਕਰਮੀ ਸੰਮਤ ਨੂੰ, ਤੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਬੜੀ ਈਰਖਾ ਕਰਦੇ ਸਨ। ਪਹਿਲਾਂ ਪਿਤਾ ਜੀ ਦੇ ਨਾਲ ਵੀ ਝਗੜਾ ਕੀਤਾ ਸੀ ਜਦੋਂ ਗੁਰਿਆਈ ਦਿੱਤੀ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ, ਤੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਆਪਣੇ ਵੱਡੇ ਪੁੱਤਰ ਬਾਬੇ ਪ੍ਰਿਥੀ ਚੰਦ ਨੂੰ ਸਮਝਾਉਂਦਿਆਂ ਹੋਏ ਆਖਿਆ ਸੀ, ਕਾਹੇ ਭੂਤ ਝਗਰਤ ਹਉ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਕਿ ਪੁੱਤਰ ਪਿਤਾ ਨਾਲ ਝਗੜਾ ਨਹੀਂ ਕਰੀਦਾ।
ਪਾਪ ਲੱਗਦਾ ਹੈ ਪਿਤਾ ਨਾਲ ਝਗੜਾ ਕੀਤਿਆਂ। ਸਤਿਗੁਰੂ ਚੌਥੇ ਪਾਤਸ਼ਾਹ ਆਪਣੇ ਛੋਟੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ ਕੇ ਆਪ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਸੱਚਖੰਡ ਪਿਆਨਾ ਕਰ ਜਾਂਦੇ ਹਨ। ਉਸ ਤੋਂ ਬਾਅਦ ਜਦੋਂ ਪੰਚਮ ਪਾਤਸ਼ਾਹ ਮਹਾਰਾਜ ਗੁਰਿਆਈ ਦੇ ਤਖਤ ਤੇ ਸੋਭਨੀਕ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਪਿਤਾ ਜੀ ਨੇ ਸੇਵਾ ਲਾਈ ਸੀ ਕਿ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਵਾਉਣਾ, ਇਹਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕਰਨੀ, ਸੰਤੋਖਸਰ ਸਰੋਵਰ ਸਾਹਿਬ ਨੂੰ ਪੱਕਿਆਂ ਕਰਨਾ, ਉਹ ਪਿਤਾ ਜੀ ਦੀ ਦੱਸੀ ਹੋਈ ਸੇਵਾ ਨੂੰ ਜਦੋਂ ਅੱਗੇ ਮਹਾਰਾਜ ਸਾਹਿਬ ਜੀ ਨੇ ਤੋਰਿਆ ਤੇ ਬਾਬਾ ਪ੍ਰਿਥੀ ਚੰਦ ਬਹੁਤ ਈਰਖਾ ਕਰਦਾ ਹੈ। ਤੇ ਬਾਬੇ ਪ੍ਰਿਥੀ ਚੰਦ ਨੇ ਆਪਣੇ ਜਿਹੜੇ ਸ਼ਰਧਾਲੂ ਸੀ, ਮਸੰਦ ਸੀ, ਜਿਹੜੇ ਰਸਤੇ ਆਉਂਦੇ ਨਾ ਅੰਮ੍ਰਿਤਸਰ ਸਾਹਿਬ ਵੱਲ ਨੂੰ, ਉਹਨਾਂ ਦੇ ਉੱਤੇ ਉਹਨਾਂ ਨੂੰ ਖਿਲਾਰ ਦਿੱਤਾ ਵੀ ਜਿੰਨੀ ਸੰਗਤ ਆ ਰਹੀ ਹੈ ਉਹਨਾਂ ਸਾਰਿਆਂ ਨੂੰ ਆਖੋ ਵੀ ਗੁਰੂ ਬਾਬਾ ਪ੍ਰਿਥੀ ਚੰਦ ਹੈ। ਅੱਜ ਵਰਗਾ ਸਮਾਂ ਨਹੀਂ ਸੀ ਤੇ ਸੰਗਤਾਂ ਦੂਰੋਂ ਦਰੇਡਿਓਂ ਪੈਦਲ ਚੱਲ ਕੇ ਆਉਂਦੀਆਂ, ਕੋਈ ਕਾਬਲ ਚੋਂ, ਕੋਈ ਕੰਧਾਰ ਚੋਂ, ਕੋਈ ਕਸ਼ਮੀਰ ਤੋਂ, ਕੋਈ ਕਿਸੇ ਇਲਾਕੇ ਵਿੱਚੋਂ। ਤੇ ਬਾਬੇ ਪ੍ਰਿਥੀ ਚੰਦ ਦੇ ਥਾਪੇ ਹੋਏ ਮਸੰਦ ਸੰਗਤ ਨੂੰ ਗੁੰਮਰਾਹ ਕਰਦੇ ਹਨ। ਕਹਿੰਦੇ ਆ ਵੀ ਗੁਰੂ ਬਾਬਾ ਪ੍ਰਿਥੀ ਚੰਦ ਹੈ, ਤੁਸੀਂ ਜਿੰਨੀ ਮਾਇਆ ਲੈ ਕੇ ਆਏ ਹੋ, ਜਿੰਨੀ ਭੇਟਾ ਲੈ ਕੇ ਆਏ ਹੋ, ਉਹ ਸਾਰੀ ਮਾਇਆ ਭੇਟ ਜਾਂ ਸਾਨੂੰ ਦੇ ਦਿਓ ਤੇ ਜਾਂ ਤੁਸੀਂ ਜਾ ਕਰਕੇ ਬਾਬੇ ਪ੍ਰਿਥੀ ਚੰਦ ਨੂੰ ਭੇਟ ਕਰੋ। ਉਹ ਸਾਰੀ ਮਾਇਆ ਜਿਹੜੀ ਸੀ ਉਹ ਬਾਬੇ ਪ੍ਰਿਥੀ ਚੰਦ ਵੱਲ ਜਾਣ ਲੱਗ ਪਈ। ਜਦੋਂ ਬਾਬੇ ਪ੍ਰਿਥੀ ਚੰਦ ਦੇ ਵੱਲ ਜਾਂਦੀ ਹੈ ਸਾਰੀ ਮਾਇਆ, ਉਹਨਾਂ ਦਿਨਾਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਆਗਰੇ ਦੇ ਇਲਾਕੇ ਵਿੱਚ ਪ੍ਰਚਾਰ ਕਰਨ ਗਏ ਹੋਏ ਸਨ। ਜਦੋਂ ਵਾਪਸ ਆਉਂਦੇ ਆ ਤੇ ਗੁਰੂ ਕੇ ਲੰਗਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਲੰਗਰ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਜਾਂਦੇ ਆ ਤੇ ਮਿੱਸੇ ਪ੍ਰਸ਼ਾਦੇ ਮਿਲਦੇ, ਰੁੱਖੇ ਸੁੱਖੇ ਪ੍ਰਸ਼ਾਦੇ ਮਿਲਦੇ ਲੰਗਰ ਦੇ ਵਿੱਚ। ਛਕ ਕੇ ਤੇ ਹੈਰਾਨ ਵੀ ਹੋਏ ਤੇ ਪੰਚਮ ਪਾਤਸ਼ਾਹ ਮਹਾਰਾਜ ਦੇ ਪਾਸ ਆਏ। ਸੰਸਾਰੀ ਰਿਸ਼ਤੇ ਵਜੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਹਨ, ਕਿਉਂਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੀਜੇ ਪਾਤਸ਼ਾਹ ਜੀ ਦੇ ਸਕੇ ਭਰਾ ਦੇ ਪੁੱਤਰ ਹਨ ਭਾਈ ਗੁਰਦਾਸ ਸਾਹਿਬ ਜੀ, ਭੱਲੇ ਬੰਸ ਦੇ ਵਿੱਚੋਂ। ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾਤਾ ਬਾਬਾ ਈਸ਼ਰ ਦਾਸ ਜੀ ਤੇ ਬਾਬਾ ਈਸ਼ਰ ਦਾਸ ਜੀ ਦੇ ਸੁਪੁੱਤਰ ਹਨ ਭਾਈ ਗੁਰਦਾਸ ਸਾਹਿਬ ਜੀ। ਬੀਬੀ ਭਾਨੀ ਜੀ ਦੇ ਭਰਾਤਾ ਲੱਗਦੇ ਹਨ, ਪੰਚਮ ਪਾਤਸ਼ਾਹ ਜੀ ਦੇ ਮਾਤਾ ਜੀ ਦੇ, ਤੇ ਪੰਚਮ ਪਾਤਸ਼ਾਹ ਦੇ ਮਾਮਾ ਜੀ ਲੱਗਦੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਜਾਂਦੇ ਆ ਤੇ ਬੇਨਤੀ ਕਰਦੇ ਵੀ ਸਤਿਗੁਰੂ ਜੀ, ਜਿਸ ਲੰਗਰ ਦੇ ਵਿੱਚ ਖੁੱਲੇ ਭੰਡਾਰੇ ਵਰਤਿਆ ਕਰਦੇ, ਜਿਸ ਲੰਗਰ ਦੇ ਵਿੱਚ ਕਦੀ ਖੀਰ ਵਰਤਦੇ ਤੇ ਖੀਰ ਦੇ ਵਿੱਚ ਵੀ ਘਿਓ ਪਾਇਆ ਜਾਂਦਾ ਸੀ। ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ, ਖੀਰ ਘੇ ਆਲੀ, ਘਿਓ ਵਾਲੀ ਖੀਰ ਵਰਤਾਈ ਜਾਂਦੀ ਸੀ। ਤੇ ਅੱਜ ਉਸ ਲੰਗਰ ਦੇ ਵਿੱਚ ਇਹ ਕੀ ਹੋਇਆ ਹੈ? ਲੰਗਰ ਇੰਨਾ ਮਸਤਾਨਾ ਕਿਉਂ ਹੋ ਗਿਆ ਹੈ? ਮਿੱਸੇ ਪ੍ਰਸ਼ਾਦੇ ਮਿਲੇ ਲੰਗਰ ਦੇ ਵਿੱਚ। ਤੇ ਸਤਿਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ, ਭਾਈ ਸਾਹਿਬ ਜੀ, ਵੀ ਜੋ ਅਸੀਂ ਛਕਿਆ ਹੈ ਲੰਗਰ ਦੇ ਵਿੱਚ ਉਹੀ ਤੁਹਾਨੂੰ ਮਿਲਿਆ ਹੈ, ਉਹੀ ਸਭ ਕੁਝ ਸਾਰੀਆਂ ਸੰਗਤਾਂ ਨੂੰ ਮਿਲ ਰਿਹਾ ਹੈ। ਕਿਉਂਕਿ ਗੁਰੂ ਕਾ ਲੰਗਰ ਇੱਕ ਰਸ ਵਰਤਦਾ, ਉਹਦੇ ਵਿੱਚ ਵਿਤਕਰਾ ਨਹੀਂ ਵੀ ਕਿਸੇ ਵਾਸਤੇ ਚੰਗਾ ਚੋਖਾ ਤੇ ਕਿਸੇ ਵਾਸਤੇ ਮਾੜਾ। ਗੁਰੂ ਕਾ ਲੰਗਰ ਹੈ, ਇੱਕੋ ਜਿਹਾ ਵਰਤਦਾ। ਪੰਚਮ ਪਾਤਸ਼ਾਹ ਕਹਿਣ ਲੱਗੇ, ਭਾਈ ਸਾਹਿਬ ਜੀ, ਜੋ ਅਸੀਂ ਛਕਿਆ ਲੰਗਰ ਵਿੱਚੋਂ, ਜੋ ਸਾਰੀਆਂ ਸੰਗਤਾਂ ਨੇ ਛਕਿਆ, ਉਹੀ ਕੁਝ ਤੁਹਾਨੂੰ ਮਿਲਿਆ ਹੈ। ਜੇ ਜ਼ਿਆਦਾ ਪੁੱਛਣਾ ਹੈ ਤੇ ਆਪਣੇ ਭੈਣ ਜੀ ਪਾਸ, ਸਾਡੇ ਮਾਤਾ ਜੀ ਦੇ ਕੋਲੋਂ ਅੰਦਰੋਂ ਜਾ ਕੇ ਪੁੱਛ ਲਓ। ਭਾਈ ਗੁਰਦਾਸ ਸਾਹਿਬ ਜੀ ਉੱਠੇ, ਬੀਬੀ ਭਾਨੀ ਜੀ ਦੇ ਪਾਸ ਗਏ ਤੇ ਬੇਨਤੀ ਕੀਤੀ ਕਿ ਭੈਣ ਜੀ, ਇਹ ਲੰਗਰ ਇਸ ਤਰ੍ਹਾਂ ਮਸਤਾਨਾ ਕਿਉਂ ਹੋ ਗਿਆ ਹੈ? ਆਖਿਆ, ਭਾਈ ਸਾਹਿਬ ਜੀ,
ਜਦੋਂ ਤੋਂ ਗੁਰਤਾ ਗੱਦੀ ਦਾ ਤਖਤ ਮਿਲਿਆ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ, ਉਹ ਤਾਂ ਆਪਣੇ ਸੁਭਾਅ ਵਿੱਚ ਮਸਤ ਹਨ, ਪ੍ਰਭੂ ਬੰਦਗੀ ਦੇ ਵਿੱਚ ਲੀਨ ਹਨ। ਤੇ ਜਿੰਨੀ ਮਾਇਆ ਸੰਗਤ ਵੱਲੋਂ ਆ ਰਹੀ ਹੈ ਉਹਦੇ ਨਾਲ ਸੇਵਾ ਕਰਵਾ ਰਹੇ ਹਨ। ਦਰਬਾਰ ਸਾਹਿਬ ਦੀ ਸੇਵਾ, ਸਰੋਵਰ ਸਾਹਿਬਾਂ ਦੀ ਸੇਵਾ ਹੋ ਰਹੀ ਹੈ। ਤੇ ਬਾਕੀ ਜਿਸ ਤਰ੍ਹਾਂ ਦਾ ਲੰਗਰ ਤੁਹਾਡੇ ਸਾਹਮਣੇ ਹੈ, ਇਹ ਲੰਗਰ ਚੱਲ ਰਿਹਾ ਹੈ। ਬਾਕੀ ਵੱਡੇ ਭਰਾਤਾ ਇਹਨਾਂ ਦੇ ਬਾਬਾ ਪ੍ਰਿਥੀ ਚੰਦ ਉਹ ਈਰਖਾ ਕਰ ਰਹੇ ਹਨ, ਔਰ ਉਹ ਸਾਰੀ ਸੰਗਤ ਦੀ ਮਾਇਆ ਜੋ ਹੈ ਆਪਣੇ ਵੱਲ ਲਿਜਾ ਰਹੇ ਆ। ਇਸ ਕਰਕੇ ਸੰਗਤ ਸਾਰੀ ਜਿਹੜੀ ਉਹ ਮਾਇਆ ਉਹਨਾਂ ਨੂੰ ਦੇ ਰਹੀ ਹੈ। ਇੱਧਰ ਮਾਇਆ ਥੋੜੀ ਆ ਰਹੀ ਹੈ, ਜਿੰਨੀ ਕੁ ਆ ਰਹੀ ਹੈ ਉਹ ਸੇਵਾ ਦੇ ਵਿੱਚ ਲੱਗ ਰਹੀ ਹੈ। ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਨਾਲ ਕੁਝ ਗੁਰਸਿੱਖਾਂ ਨੂੰ ਲਿਆ, ਕੁਝ ਗੁਰੂ ਘਰ ਦੀਆਂ ਨਿਸ਼ਾਨੀਆਂ ਲਈਆਂ। ਤੇ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਿਪਲੀ ਸਾਹਿਬ ਅਸਥਾਨ ਹੈ, ਉਸ ਅਸਥਾਨ ਤੇ ਜਾ ਕਰਕੇ ਉੱਚਾ ਥੜਾ ਬਣਾ ਕਰਕੇ ਗੁਰੂ ਘਰ ਦੀਆਂ ਕੁਝ ਨਿਸ਼ਾਨੀਆਂ ਰੱਖ ਕਰਕੇ ਤੇ ਸ਼ਬਦ ਕੀਰਤਨ ਕਰਨਾ ਆਰੰਭ ਕੀਤਾ। ਜਿੰਨੀ ਸੰਗਤ ਆਉਂਦੀ ਹੈ ਨਾਲੇ ਉਹਨਾਂ ਨੂੰ ਕੀਰਤਨ ਸੁਣਾਉਂਦੇ ਆ, ਸ਼ਬਦ ਦੀ ਵਿਆਖਿਆ ਸੁਣਾਉਂਦੇ ਹਨ ਭਾਈ ਗੁਰਦਾਸ ਸਾਹਿਬ ਜੀ। ਤੇ ਨਾਲੇ ਕਹਿੰਦੇ ਆ ਵੀ ਸੰਗਤ ਜੀ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਜੀ ਨੇ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਹੈ। ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਨ, ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਨਹੀਂ ਹਨ। ਤੁਸੀਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੋ। ਜਿੰਨੀ ਆਪਣੀ ਦਸਵੰਧ ਦੀ ਮਾਇਆ ਲੈ ਕੇ ਆਏ ਹੋ, ਭੇਟਾ ਲੈ ਕੇ ਆਏ ਹੋ, ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਜਾ ਕੇ ਭੇਟ ਕਰੋ। ਸੰਗਤ ਨੂੰ ਕੁਝ ਦਿਨ ਇਸ ਤਰ੍ਹਾਂ ਪ੍ਰਚਾਰ ਕਰਕੇ ਤੇ ਮਹਾਰਾਜ ਸਾਹਿਬ ਜੀ ਦੇ ਤਰਫ ਭੇਜਿਆ। ਫਿਰ ਇੱਕ ਦਿਨ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਜਦੋਂ ਕਿ ਭਾਈ ਗੁਰਦਾਸ ਸਾਹਿਬ ਜੀ ਕਿੱਥੇ ਹਨ। ਗੁਰਸਿੱਖਾਂ ਤੋਂ ਪਤਾ ਲੱਗਾ ਜੀ ਉਹ ਹਰ ਰੋਜ਼ ਅੰਮ੍ਰਿਤਸਰ ਸਾਹਿਬ ਤੋਂ ਬਾਰ-ਬਾਰ ਸੰਗਤ ਨੂੰ ਇਸ ਤਰ੍ਹਾਂ ਪ੍ਰੇਰਦੇ ਆ, ਇੱਧਰ ਲੈ ਕਰਕੇ ਆ ਰਹੇ ਹਨ। ਤੇ ਮਹਾਰਾਜ ਸਾਹਿਬ ਜੀ ਨੇ ਭਾਈ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਉਸ ਵੇਲੇ ਫਿਰ ਬਚਨ ਉਚਾਰਨ ਕੀਤਾ ਜੋ ਆਪਾਂ ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ। ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆ ਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤਿਉ ਪਾਏ, ਤਾ ਕਾ ਰਿਜਕ ਆਗੇ ਕਰ ਧਰਿਆ। ਆਖਿਆ ਭਾਈ ਗੁਰਦਾਸ ਸਾਹਿਬ ਜੀ, ਤੁਸੀਂ ਕਿਉਂ ਚਿੰਤਾ ਕੀਤੀ ਹੋਈ ਹੈ? ਸਾਨੂੰ ਉਸ ਠਾਕੁਰ ਪ੍ਰਭੂ ਦੀ ਟੇਕ ਹੈ। ਜਿਵੇਂ ਇਸ ਸ਼ਬਦ ਵਿੱਚ ਮਹਾਰਾਜ ਕਹਿ ਰਹੇ ਨਾ, ਠਾਕੁਰ ਪ੍ਰਭ ਤੇਰੀ ਟੇਕ, ਕਿ ਹੇ ਪ੍ਰਭੂ ਤੇਰੀ ਟੇਕ ਹੈ। ਬਾਕੀ ਸਭ ਸੰਸਾਰ ਦੀ ਜਿਹੜੀ ਆਸ ਹੈ ਉਹ ਸਾਡੇ ਅੰਦਰੋਂ ਛੁੱਟ ਗਈ ਹੈ। ਅਸੀਂ ਹੋਰ ਕਿਸੇ ਤੇ ਆਸ ਨਹੀਂ ਲਾਈ ਹੈ ਕਿ ਦੂਸਰਾ ਸਾਡੀ ਮਦਦ ਕਰੇਗਾ, ਤੀਸਰਾ ਮਦਦ ਕਰੇਗਾ, ਕੋਈ ਦੁਨੀਆ ਦੇ ਲੋਕ ਮਦਦ ਕਰਨਗੇ। ਬਾਕੀ ਸਾਰੀਆਂ ਆਸਾਂ ਅਸੀਂ ਤਿਆਗ ਦਿੱਤੀਆਂ। ਭਾਈ ਗੁਰਦਾਸ ਸਾਹਿਬ ਜੀ, ਸਾਨੂੰ ਆਸ ਹੈ ਉਸ ਮਾਲਕ ਦੇ ਉੱਤੇ, ਸਾਡੀ ਟੇਕ ਹੈ ਉਸ ਪ੍ਰਭੂ ਦੇ ਉੱਤੇ, ਜਿਹੜਾ ਪਰਮੇਸ਼ਰ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਤੇ ਉੱਥੇ ਵੀ ਉਹਨਾਂ ਦੀ ਪਾਲਣਾ ਕਰਦਾ ਹੈ। ਤੁਸੀਂ ਕਿਉਂ ਫਿਕਰ ਕੀਤਾ ਹੋਇਆ ਇਸ ਸਭ ਜੀਵਾਂ ਨੂੰ ਭੋਜਨ ਦੇਣ ਦੇ, ਆਹਾਰ ਦੇ ਵਿੱਚ, ਇਸ ਕੰਮ ਦੇ ਵਿੱਚ ਤੇ ਉਹ ਮਾਲਕ ਆਪ ਲੱਗਾ ਹੋਇਆ ਹੈ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤਿਉ ਪਾਏ, ਤਾ ਕਾ ਰਿਜਕ ਆਗੇ ਕਰ ਧਰਿਆ। ਵਿਚਲੀਆਂ ਜੋ ਦੋ ਪੰਕਤੀਆਂ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਮਹਾਂਪੁਰਖ ਦੱਸਦੇ ਵੀ ਜਦੋਂ ਕੋਈ ਕਾਰੀਗਰ, ਜਿਵੇਂ ਲੋਹੇ ਦਾ ਕਾਰੀਗਰ, ਤੇ ਉਹ ਕੋਈ ਕੜਾਹੇ ਦਾ ਕੰਮ ਕਰ ਰਿਹਾ ਹੈ ਜਾਂ ਹੋਰ ਕੋਈ ਵੱਡਾ ਕਾਰਜ ਕਰ ਰਿਹਾ ਹੈ, ਤੇ ਵਿੱਚ ਵਿਚਾਲੇ ਕੋਈ ਛੋਟਾ ਜਿਹਾ ਕੰਮ ਕਰਾਉਣ ਵਾਸਤੇ ਆ ਜਾਵੇ ਨਾ, ਕੋਈ ਆਪਣੀ ਸੂਈ ਤਿੱਖੀ ਕਰਾਉਣ ਵਾਸਤੇ ਆ ਜਾਵੇ, ਕੋਈ ਆਪਣੀ ਇਸੇ ਤਰ੍ਹਾਂ ਕੈਂਚੀ ਤਿੱਖੀ ਕਰਾਉਣ ਵਾਸਤੇ ਆ ਜਾਵੇ, ਕੋਈ ਦਾਤਰੀ ਦੇ ਦੰਦੇ ਕਢਾਉਣ ਵਾਸਤੇ ਆ ਜਾਵੇ, ਨਿੱਕਾ ਜਿਹਾ ਕੰਮ ਜਿਹੜਾ ਹੈ, ਤੇ ਉਹਦਾ ਕਾਰਜ ਉਹ ਵੱਡਾ ਕਾਰਜ ਛੱਡ ਕੇ ਫਿਰ ਵਿੱਚ ਹੀ ਕਰ ਦਿੰਦਾ ਹੈ ਤੇ ਫਿਰ ਆਪਣੇ ਕਾਰਜ ਨੂੰ ਜੁਟ ਜਾਂਦਾ ਹੈ। ਜਿਹੜੀਆਂ ਦੋ ਪੰਕਤੀਆਂ ਉਚਾਰਨ ਕੀਤੀਆਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ,
ਇਹ ਮਹਾਰਾਜ ਪੰਚਮ ਪਾਤਸ਼ਾਹ ਦਾ ਹੀ ਸਿੱਖ ਕਸ਼ਮੀਰ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਭੇਜਿਆ ਹੋਇਆ ਸੀ ਭਾਈ ਮਾਧੋ। ਤੇ ਜਿਸ ਵੇਲੇ ਉਧਰਲੇ ਪਾਸੇ ਮਹਾਰਾਜ ਨੇ ਸਹਾਇਤਾ ਕੀਤੀ ਸੀ ਇੱਕ ਸਤਸੰਗੀ ਦੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ, ਉੱਥੋਂ ਦੇ ਰਾਜੇ ਨੇ ਚੋਰੀਆਂ ਬਹੁਤੀਆਂ ਹੋਣ ਲੱਗ ਪਈਆਂ ਸੀ ਤੇ ਕਹਿ ਦਿੱਤਾ ਸੀ ਕਿ ਇਸ ਇਲਾਕੇ ਦੇ ਵਿੱਚ ਲੋਕ ਸੂਰਜ ਡੁੱਬੇ ਤੋਂ ਬਾਅਦ ਆਪਣੇ ਘਰਾਂ ਤੋਂ ਬਾਹਰ ਨਹੀਂ ਜਾ ਸਕਦੇ। ਭਾਈ ਮਾਧੋ ਦਾਸ ਜੀ ਹਰ ਰੋਜ਼ ਸਤਸੰਗਤ ਕਰਿਆ ਕਰਦੇ ਸੀ, ਗੁਰਬਾਣੀ ਦੀ ਕਥਾ ਸੰਗਤ ਨੂੰ ਸੁਣਾਇਆ ਕਰਦੇ ਸੀ, ਸੰਗਤ ਇਕੱਠੀ ਹੋਇਆ ਕਰਦੀ ਸੀ। ਤੇ ਕੁਝ ਰਖਾਲੂ ਲੋਕ ਜਿਹੜੇ ਸਨ ਉਹ ਈਰਖਾ ਕਰਨ ਲੱਗ ਪਏ। ਰਾਜੇ ਕੋ ਸ਼ਿਕਾਇਤ ਕਰ ਦਿੱਤੀ ਸੀ ਕਿ ਭਾਈ ਮਾਧੋ ਦਾਸ ਦੇ ਕੋਲੇ ਸਾਰੇ ਲੋਕ ਜਾਂਦੇ ਆ, ਘਰ ਖਾਲੀ ਹੋ ਜਾਂਦੇ ਆ, ਲੋਕ ਆ ਕੇ ਚੋਰੀ ਕਰ ਜਾਂਦੇ। ਇਸ ਕਰਕੇ ਜੀ ਕਿ ਇਸ ਤਰ੍ਹਾਂ ਦਾ ਫਰਮਾਨ ਜਾਰੀ ਕਰੋ ਕਿ ਲੋਕ ਰਾਤ ਆਪਣੇ ਘਰਾਂ ਤੋਂ ਬਾਹਰ ਨਾ ਜਾਣ। ਰਾਜੇ ਨੇ ਕਹਿ ਦਿੱਤਾ ਜਿਹੜਾ ਸੂਰਜ ਡੁੱਬੇ ਤੋਂ ਬਾਹਰ ਜਾਵੇਗਾ ਆਪਣੇ ਘਰਾਂ ਤੋਂ, ਉਹਨੂੰ ਸੂਲੀ ਚਾੜ ਕੇ ਮਾਰ ਦਿੱਤਾ ਜਾਵੇਗਾ। ਉਹ ਸੰਗਤ ਨੇ ਬੇਨਤੀ ਕੀਤੀ ਜੀ ਇਸ ਤਰ੍ਹਾਂ ਦਾ ਫਰਮਾਨ ਜਾਰੀ ਹੋ ਗਿਆ, ਹੁਣ ਵੇਲੇ ਨਾਲ ਹੀ ਸੰਗਤ ਕਰਿਆ ਕਰੋ, ਸ਼ਬਦ ਕੀਰਤਨ ਤੇ ਉਪਦੇਸ਼ ਸੁਣਾਇਆ ਕਰੋ। ਉਹ ਵੇਲੇ ਨਾਲ ਹੋਣ ਲੱਗ ਪਿਆ। ਇੱਕ ਦਿਨ ਗੁਰਪੁਰਬ ਦਾ ਦਿਨ ਸੀ ਤੇ ਗੁਰਮੁਖ ਪਿਆਰੇ ਭਾਈ ਮਾਧੋ ਦਾਸ ਜੀ ਐਸਾ ਪ੍ਰੇਮ ਵਿੱਚ ਆ ਕੇ ਕਥਾ ਕਰਨ ਲੱਗੇ ਕਿ ਸਮੇਂ ਦਾ ਪਤਾ ਹੀ ਨਾ ਲੱਗਾ, ਸਮਾਂ ਬਹੁਤਾ ਲੱਗ ਗਿਆ, ਹਨੇਰਾ ਹੋ ਗਿਆ। ਸੰਗਤ ਆਪਣੇ ਸਮੇਂ ਨਾਲ ਉਹ ਰਾਜੇ ਦੇ ਹੁਕਮ ਨੂੰ ਜਾਣਦੀ ਹੋਈ ਉੱਠ ਉੱਠ ਕੇ ਜਾਣ ਲੱਗ ਪਈ। ਸਾਰੇ ਧਰਮਸ਼ਾਲਾ ਖਾਲੀ ਹੋ ਗਈ। ਇਕੱਲੇ ਹੀ ਗੁਰਮੁਖ ਪਿਆਰੇ ਭਾਈ ਮਾਧੋ ਦਾਸ ਜੀ ਕਥਾ ਕਰਦੇ ਰਹੇ। ਇੱਕ ਪ੍ਰੇਮੀ ਬੈਠਾ ਸੁਣਦਾ ਰਿਹਾ। ਜਦੋਂ ਹਨੇਰੇ ਜਾਣ ਲੱਗਾ ਤੇ ਸਿਪਾਹੀਆਂ ਨੇ ਫੜ ਲਿਆ, ਰਾਜੇ ਦੇ ਪੇਸ਼ ਕਰ ਦਿੱਤਾ। ਅਗਲਾ ਦਿਨ ਹੋਇਆ, ਰਾਜੇ ਦੇ ਦਰਬਾਰ 'ਚ ਜਦੋਂ ਲੈ ਕੇ ਗਏ, ਰਾਜੇ ਆਖਿਆ ਤੈਨੂੰ ਪਤਾ ਨਹੀਂ ਤੂੰ ਹਨੇਰੇ ਤੁਰਿਆ ਫਿਰਦਾ ਸੀ, ਹੁਣ ਤੈਨੂੰ ਸੂਲੀ ਚਾੜ ਦਿੱਤਾ ਜਾਵੇਗਾ। ਤੂੰ ਕਿਸੇ ਨੂੰ ਬੁਲਾਉਣਾ ਚਾਹਣਾ ਕੋਈ ਤੇਰੀ ਮਦਦ ਕਰਨ ਵਾਸਤੇ ਆਵੇ? ਆਖਿਆ ਜੀ ਘਰ ਵਾਲਿਆਂ ਨੂੰ ਤੂੰ ਨਹੀਂ ਸੱਦਣਾ, ਜੇ ਬੁਲਾਉਣਾ ਹੀ ਹੈ ਤੇ ਜਿਨ੍ਹਾਂ ਦੇ ਮੈਂ ਦਰਸ਼ਨ ਕਰਦਾ, ਜਿਨ੍ਹਾਂ ਦੀ ਮੈਂ ਸੰਗਤ ਕਰਦਾ, ਉਹ ਗੁਰਮੁਖ ਪਿਆਰੇ ਭਾਈ ਮਾਧੋ ਦਾਸ ਜੀ ਹਨ, ਉਹਨਾਂ ਨੂੰ ਬੁਲਾ ਲਓ। ਉਹਨਾਂ ਨੂੰ ਬੁਲਾਇਆ ਗਿਆ। ਕਹਿਣ ਲੱਗੇ ਜੀ ਇਹ ਰਾਤ ਹਨੇਰੇ ਤੁਰਿਆ ਫਿਰਦਾ ਸੀ, ਇਹਨੂੰ ਹੁਣ ਸੂਲੀ ਚਾੜ ਦਿੱਤਾ ਜਾਵੇਗਾ। ਇਹਦੇ ਬਚਾਅ ਵਾਸਤੇ ਕੁਝ ਕਰਨਾ ਚਾਹੁੰਦੇ ਹੋ, ਕਹਿਣਾ ਚਾਹੁੰਦੇ ਹੋ? ਤੇ ਨਾਮ ਵਿੱਚ ਰੰਗੇ ਹੋਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਭੌਰੇ ਭਾਈ ਮਾਧੋ ਦਾਸ ਜੀ ਕਹਿਣ ਲੱਗੇ ਕਿ ਤੂੰ ਤਾਂ ਹੁਣ ਰਾਜਾ ਇਸ ਨੂੰ ਸਜ਼ਾ ਸੁਣਾ ਹੀ ਦਿੱਤੀ ਹੈ ਸੂਲੀ ਚਾੜਨ ਦੀ, ਮਾਰਨ ਦੀ, ਤੇ ਮੈਂ ਤਾਂ ਹੁਣ ਉਸ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਾਂਗਾ, ਉਹਦੇ ਅੱਗੇ ਕਹਾਂਗਾ ਜਿਹੜਾ ਬਿਨਾਂ ਸਵਾਸਾਂ ਤੋਂ ਵੀ ਰੱਖ ਲੈਂਦਾ ਹੈ। ਮੈਂ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਅੱਗੇ ਹੀ ਬੇਨਤੀ ਕਰਾਂਗਾ, ਤੇਰੇ ਅੱਗੇ ਹੁਣ ਕੀ ਕਹਿਣਾ ਹੈ? ਰਾਜੇ ਨੂੰ ਗੁੱਸਾ ਆਇਆ ਵੀ ਮੇਰੇ ਅੱਗੇ ਵੀ ਇਸ ਤਰ੍ਹਾਂ ਗੱਲ ਕਹੀ ਹੈ। ਧਿਆਨ ਵਿੱਚ ਜੁੜੇ ਅਰਦਾਸ ਕੀਤੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜ ਇਹ ਪ੍ਰੇਮੀ ਸੰਗਤ ਕਰਨ ਵਾਸਤੇ ਆਉਂਦਾ ਸੀ ਤੇ ਆਹ ਗੱਲ ਬਣ ਗਈ ਹੈ, ਤੇ ਤੁਹਾਡੇ ਹੁਕਮ ਦੇ ਨਾਲ ਹੀ ਪ੍ਰਚਾਰ ਪ੍ਰਸਾਰ ਕਰ ਰਿਹਾ ਹਾਂ ਇੱਧਰ, ਤੇ ਕਿਰਪਾ ਕਰੋ, ਇਹਦੀ ਸਹਾਇਤਾ ਕਰੋ। ਜਦੋਂ ਸੂਲੀ ਤੇ ਚਾੜਨ ਲੱਗੇ ਸੀ ਨਾ ਉਸ ਗੁਰਮੁਖ ਨੂੰ, ਤੇ ਉਹ ਸੂਲੀ ਦੇ ਵਿੱਚੋਂ ਪੱਤੇ ਨਿਕਲ ਆਏ। ਸੁੱਕੀ ਹੋਈ ਜਿਹੜੀ ਸੂਲੀ ਦੀ ਲੱਕੜ ਸੀ ਉਹ ਹਰੀ ਭਰੀ ਹੋ ਗਈ। ਰਾਜਾ ਵੀ ਚਰਨਾਂ ਤੇ ਡਿੱਗ ਪਿਆ ਭਾਈ ਮਾਧੋ ਦਾਸ ਦੇ। ਆਖਿਆ ਜੀ ਮੈਨੂੰ ਆਪਣਾ ਸਿੱਖ ਬਣਾ ਲਓ। ਕਹਿਣ ਲੱਗੇ ਮੈਂ ਤੇ ਆਪ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਹਾਂ, ਚੱਲ ਜੇ ਤੂੰ ਸਿੱਖੀ ਲੈਣੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਚੱਲ। ਉੱਥੋਂ ਦੀ ਸੰਗਤ ਵੀ, ਰਾਜਾ ਵੀ, ਭਾਈ ਮਾਧੋ ਦਾਸ ਜੀ ਉਹ ਪ੍ਰੇਮੀ ਵੀ, ਜਦੋਂ ਸਾਰੇ ਆਏ ਇੱਧਰ ਮਹਾਰਾਜ ਪੰਜਵੇਂ ਪਾਤਸ਼ਾਹ ਭਾਈ ਗੁਰਦਾਸ ਸਾਹਿਬ ਜੀ ਨੂੰ ਉਪਦੇਸ਼ ਦੇ ਰਹੇ ਸੀ। ਜਦੋਂ ਆ ਕੇ ਭਾਈ ਮਾਧੋ ਦਾਸ ਨੇ ਚਰਨਾਂ ਤੇ ਮੱਥਾ ਟੇਕਿਆ ਕਿ ਮਹਾਰਾਜ ਬੜੀ ਕਿਰਪਾ ਕੀਤੀ, ਇਸ ਪ੍ਰੇਮੀ ਦੀ ਸਹਾਇਤਾ ਕੀਤੀ ਸੂਲੀ ਤੋਂ। ਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਆਖਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਹ ਸਤ ਸੰਗਤ ਦੀ ਕਿਰਪਾ ਹੋਈ ਹੈ। ਜਿਹੜਾ ਵੀ ਜੀਵ, ਇਸ ਇਕੱਲੇ ਦੀ ਗੱਲ ਕੀ, ਜਿਹੜਾ ਵੀ ਸਤ ਸੰਗਤ ਵਿੱਚ ਮਿਲਦਾ ਹੈ ਉਹ ਤਰ ਜਾਂਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਗੁਰੂ ਕੀ ਕਿਰਪਾ ਦੇ ਨਾਲ ਪਰਮ ਪਦ ਪ੍ਰਾਪਤ ਹੋਇਆ ਹੈ। ਸੁੱਕੀ ਹੋਈ ਲੱਕੜ ਵੀ, ਸੂਲੀ ਵੀ ਹਰੀ ਭਰੀ ਹੋ ਗਈ। ਉਂਝ ਗੁਰਮੁਖਾਂ ਨੇ ਦੂਸਰਾ ਅਰਥ ਵੀ ਕੀਤਾ ਹੈ, ਮਾਧੋ ਨਾਮ ਮਾਇਆ ਦੇ ਪਤੀ ਦਾ ਵੀ ਹੈ। ਮਾਇਆਪਤੀ ਪਰਮੇਸ਼ਰ ਵਾਹਿਗੁਰੂ ਜੀ ਜਿਹੜਾ ਵੀ ਆਪ ਜੀ ਦੀ ਸੰਗਤ ਵਿੱਚ ਮਿਲਦਾ ਉਹ ਤਰ ਜਾਂਦਾ ਹੈ।
ਸੁੱਕੀਆਂ ਲੱਕੜਾਂ ਦੀ ਤਰ੍ਹਾਂ ਸੁੱਕੇ ਮਨ ਵੀ ਹਰੇ ਭਰੇ ਹੋ ਜਾਂਦੇ ਹਨ। ਫਿਰ ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਉਪਦੇਸ਼ ਦਿੱਤਾ ਕਿ ਉਹ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਨੂੰ ਕਿਸੇ ਦੇ ਆਸਰੇ ਤੇ ਭਾਈ ਸਾਹਿਬ ਨਹੀਂ ਰੱਖਿਆ ਹੋਇਆ। ਜਨਨ ਪਿਤਾ ਲੋਕ ਸੁੱਤ ਬਣਤਾ ਕੋਏ ਨਾ ਕਿਸ ਕੀ ਧਰਿਆ, ਕਿਸੇ ਨੂੰ ਵੀ ਕਿਸੇ ਦੇ ਆਸਰੇ ਤੇ ਨਹੀਂ ਰੱਖਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਉਹ ਸਿਰ ਬਸਿਰ ਸਾਰਿਆਂ ਨੂੰ ਰਿਜਕ ਦੇਣ ਵਾਲਾ ਦਾਤਾ ਦਿੰਦਾ ਹੈ। ਭਾਈ ਸਾਹਿਬ ਤੁਸੀਂ ਕਿਉਂ ਮਨ ਵਿੱਚ ਡਰ ਕੀਤਾ ਹੋਇਆ, ਕਿਉਂ ਚਿੰਤਾ ਕੀਤੀ ਹੋਈ ਹੈ ਕਿ ਗੁਰੂ ਘਰ ਵਿੱਚ ਮਾਇਆ ਦੀ ਕਮੀ ਆ ਜਾਵੇਗੀ ਜਾਂ ਗੁਰੂ ਕੇ ਲੰਗਰ ਦੇ ਵਿੱਚ ਇਸੇ ਤਰ੍ਹਾਂ ਹੀ ਕਮੀ ਆ ਜਾਵੇਗੀ। ਨਹੀਂ, ਇੱਥੇ ਕੋਈ ਕਮੀ ਨਹੀਂ ਆਵੇਗੀ। ਤੁਸੀਂ ਭਰੋਸਾ ਰੱਖੋ, ਅਸੀਂ ਕੋਈ ਦੁਨੀਆ ਤੇ ਆਸ ਨਹੀਂ ਰੱਖੀ ਹੈ। ਦੁਨੀਆ ਦੀ ਆਸ ਮਾਰੇ ਕਹਿੰਦੇ ਸਾਡੇ ਅੰਦਰੋਂ ਸਭ ਛੁੱਟ ਗਈ ਹੈ। ਸਾਡੀ ਤੇ ਆਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਹੈ। ਅਚਿੰਤ ਠਾਕੁਰ ਭੇਟੇ ਗੁਣ ਤਾਸ। ਸਾਨੂੰ ਤਾਂ ਅਚਿੰਤ ਜੋ ਚਿੰਤਾ ਤੋਂ ਰਹਿਤ ਠਾਕੁਰ ਮਾਲਕ ਸੁਆਮੀ ਹਨ, ਭੇਟੇ ਉਹ ਮਿਲ ਪਏ ਹਨ। ਉਹ ਵਾਹਿਗੁਰੂ ਪਰਮੇਸ਼ਰ ਜਿਹੜੇ ਗੁਣ ਤਾਸ ਗੁਣਾਂ ਦੇ ਖਜ਼ਾਨੇ ਹਨ, ਉਹ ਵਾਹਿਗੁਰੂ ਪਰਮੇਸ਼ਰ ਜੀ ਸਾਨੂੰ ਮਿਲੇ ਹਨ। ਤੇ ਉਹ ਮਾਲਕ ਮਿਲਿਆ ਹੈ ਜਿਸ ਨੂੰ ਚਿੰਤਾ ਕੋਈ ਨਹੀਂ। ਪਰਮੇਸ਼ਰ ਨੂੰ ਕੋਈ ਚਿੰਤਾ ਨਹੀਂ ਹੈ ਸਾਧ ਸੰਗਤ ਜੀ। ਉਹਨੂੰ ਆਪ ਨੂੰ ਤੇ ਚਿੰਤਾ ਕੀ ਹੋਣੀ ਹੈ। ਜਿਹੜਾ ਜੀਵ ਉਸ ਨੂੰ ਜਪ ਲੈਂਦਾ ਹੈ ਉਹਦੀਆਂ ਵੀ ਚਿੰਤਾਵਾਂ ਦੂਰ ਕਰ ਦਿੰਦਾ ਹੈ। ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ। ਉਹ ਵਾਹਿਗੁਰੂ ਪਰਮੇਸ਼ਰ ਅਚਿੰਤ ਹੈ, ਚਿੰਤਾ ਤੋਂ ਰਹਿਤ ਹੈ, ਆਪ ਚਿੰਤਾ ਤੋਂ ਰਹਿਤ ਹੈ। ਤੇ ਜਿਹੜਾ ਉਸ ਨੂੰ ਜਪਦਾ ਉਹਦੀ ਸ਼ਰਨ ਵਿੱਚ ਪੈਂਦਾ ਉਹਨੂੰ ਵੀ ਚਿੰਤਾ ਤੋਂ ਰਹਿਤ ਕਰ ਦਿੰਦਾ ਹੈ। ਐਸਾ ਮਾਲਕ ਹੈ। ਅਚਿੰਤ ਠਾਕੁਰ ਭੇਟੇ ਗੁਣਤਾਸ। ਉਹ ਚਿੰਤਾ ਤੋਂ ਰਹਿਤ ਕਰਨ ਵਾਲੇ ਮਾਲਕ ਪਰਮੇਸ਼ਰ ਜੀ ਸਾਨੂੰ ਮਿਲੇ ਹਨ ਤੇ ਅਚਿੰਤ ਹੀ ਮਿਲ ਪਏ। ਚਿਤਵਨੀ ਤੋਂ ਰਹਿਤ ਆਪ ਹੀ ਪਰਮੇਸ਼ਰ ਦਇਆ ਕਰਕੇ ਅਚਨਚੇਤ ਹੀ ਮਿਲ ਪਏ। ਏਕੋ ਨਾਮ ਧਿਆਏ ਮਨ ਮੇਰੇ। ਆਪਣੇ ਮਨ ਨੂੰ ਸੰਬੋਧਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਆ, ਮਨ ਮੇਰੇ ਕਿ ਹੇ ਮੇਰੇ ਮਨ, ਇੱਕ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰ, ਇੱਕ ਪ੍ਰਭੂ ਦੇ ਨਾਮ ਨੂੰ ਧਿਆ, ਇੱਕ ਦੀ ਆਸ ਰੱਖ, ਇੱਕ ਦਾ ਪ੍ਰਵਾਸਾ ਰੱਖ, ਇੱਕ ਦੀ ਟੇਕ ਰੱਖ, ਇੱਕ ਦੇ ਨਾਮ ਨੂੰ ਧਿਆ। ਜੋ ਇੱਕੋ ਹੀ ਹੈ, ਸਾਰੇ ਕਾਰਜਾਂ ਕਾਰਨਾਂ ਨੂੰ ਕਰਨ ਵਾਲਾ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਲ ਸੋਏ। ਜੋ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਉਹ ਸੋਭਾ ਵਾਲਾ ਪਰਮੇਸ਼ਰ ਇੱਕ ਹੀ ਹੈ। ਉਸ ਇੱਕ ਦੇ ਨਾਮ ਨੂੰ ਮੇਰੇ ਮਨਾ ਧਿਆਉਣਾ ਕਰ। ਕਾਰਜ ਤੇਰਾ ਹੋਵੇ ਪੂਰਾ। ਮੇਰੇ ਮਨਾ ਫਿਰ ਤੇਰਾ ਕਾਰਜ ਪੂਰਾ ਹੋ ਜਾਵੇਗਾ। ਸਭ ਤੋਂ ਵੱਡਾ ਕਾਰਜ ਕਿਹੜਾ ਹੈ? ਜੀਵਨ ਦੀ ਸਫਲਤਾ ਦਾ। ਇਹ ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਲੀਨ ਹੋਣ ਦਾ ਕਾਰਜ ਹੈ, ਪ੍ਰਭੂ ਦੀ ਪ੍ਰਾਪਤੀ ਦਾ ਕਾਰਜ ਹੈ। ਇਸੇ ਕਾਰਜ ਵਾਸਤੇ ਹੀ ਮਾਨਸ ਦੇਹ ਵਾਹਿਗੁਰੂ ਜੀ ਨੇ ਦਿੱਤੀ ਹੈ। ਮਾਨਸ ਦੇਹ ਦਾ ਹੋਰ ਕੋਈ ਮਾਰੇ ਕਹਿੰਦੇ ਕਾਰਜ ਨਹੀਂ ਹੈ, ਕੋਈ ਮਕਸਦ ਨਹੀਂ ਹੈ। ਇਹ ਮਾਨਸ ਦੇਹ ਪ੍ਰਾਪਤ ਹੋਈ ਹੈ ਪ੍ਰਭੂ ਨੂੰ ਪ੍ਰਾਪਤ ਕਰਨ ਵਾਸਤੇ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੇ ਜੀਵ, ਤੈਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ, ਇਹ ਗੋਬਿੰਦ ਨਾਲ ਮਿਲਣ ਦੀ ਤੇਰੀ ਵਾਰੀ ਹੈ। ਬਾਕੀ ਜਿਹੜੇ ਕਾਰਜ ਠੀਕ ਹੈ ਸੰਸਾਰ ਵਿੱਚ, ਜਿੰਨਾ ਚਿਰ ਸਵਾਸ ਚੱਲਦੇ ਆ, ਜਿੰਨਾ ਚਿਰ ਜ਼ਿੰਦਗੀ ਹੈ, ਕਰਨੇ ਹਨ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ, ਗ੍ਰਸਤ ਵਿੱਚ ਰਹਿਣਾ, ਪਰਿਵਾਰ ਵਿੱਚ ਰਹਿਣਾ ਹੈ। ਪਰ ਮੁੱਖ ਜਿਹੜਾ ਮਾਨਸ ਦੇਹ ਦਾ ਕਾਰਜ ਹੈ ਉਹ ਇਹੀ ਹੈ ਕਿ ਪ੍ਰਭੂ ਦੀ ਪ੍ਰਾਪਤੀ। ਮਹਾਰਾਜ ਨੇ ਆਖਿਆ ਅਵਰ ਕਾਜ ਤੇਰਾ ਕਿਤੇ ਨਾ ਕਾਮ। ਬਾਕੀ ਦੇ ਕਾਰਜ ਤੇਰੇ ਕਿਸੇ ਕੰਮ ਨਹੀਂ ਆਉਣੇ ਹਨ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਮਿਲ ਕਰਕੇ ਕੇਵਲ ਨਾਮ ਦਾ ਭਜਨ ਕਰ, ਤਾਂ ਫਿਰ ਤੇਰਾ ਇਹ ਕਾਰਜ ਪੂਰਾ ਹੋਵੇਗਾ, ਜੀਵਨ ਦੀ ਸਫਲਤਾ ਦਾ, ਪ੍ਰਭੂ ਦੀ ਪ੍ਰਾਪਤੀ ਦਾ। ਜਦੋਂ ਇੱਕ ਦੇ ਨਾਮ ਨੂੰ ਧਿਆਵੇਂਗਾ ਮੇਰੇ ਮਨਾ,
ਕਾਰਜ ਤੇਰਾ ਹੋਵੇ ਪੂਰਾ, ਫਿਰ ਤੇਰਾ ਕਾਰਜ ਪੂਰਾ ਹੋਵੇਗਾ, ਅਥਵਾ ਹਰੇਕ ਕਾਰਜ ਤੇਰਾ ਪੂਰਾ ਹੋ ਜਾਵੇਗਾ। ਪਰਮਾਰਥ ਦਾ ਕਾਰਜ ਵੀ ਪੂਰਾ ਹੋਵੇਗਾ, ਸੰਸਾਰਿਕ ਕਾਰਜ ਵੀ ਪੂਰਾ ਹੋਵੇਗਾ। ਸੰਸਾਰ ਦੇ ਜਿੰਨੇ ਕਾਰਜ ਵਾ, ਕੋਈ ਵੀ ਕਾਰਜ ਵਾ, ਜਿਸ ਵੇਲੇ ਤੂੰ ਨਾਮ ਨੂੰ ਧਿਆਉਣ ਲੱਗ ਪਵੇਂਗਾ ਤੇ ਫਿਰ ਤੇਰਾ ਕਾਰਜ ਪੂਰਾ ਹੋ ਜਾਵੇਗਾ, ਕਿਉਂਕਿ ਜਿਨ੍ਹਾਂ ਨੇ ਧਿਆਇਆ ਨਾਮ, ਉਹਨਾਂ ਦੇ ਕਾਰਜ ਪੂਰੇ ਹੋ ਗਏ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਨੇ ਨਾਮ ਨੂੰ ਧਿਆਇਆ ਮੇਰੇ ਮਨਾ, ਉਹਨਾਂ ਦੇ ਕਾਰਜ ਪੂਰੇ ਹੋ ਗਏ। ਭਗਤ ਧਰੂ ਜੀ ਨੇ ਨਾਮ ਧਿਆਇਆ, ਭਗਤ ਪ੍ਰਹਿਲਾਦ ਜੀ ਨੇ ਨਾਮ ਧਿਆਇਆ, ਤੇ ਭਗਤ ਧਰੂ ਜੀ ਨੇ ਰਾਜ ਦੀ ਪ੍ਰਾਪਤੀ ਵਾਸਤੇ ਨਾਮ ਧਿਆਇਆ। ਜਿਸ ਵੇਲੇ ਮਤਰੇਈ ਮਾਂ ਨੇ ਚਪੇੜਾਂ ਮਾਰੀਆਂ, ਸਕੀ ਮਾਂ ਦੇ ਕੋਲੇ ਆਇਆ ਵੀ ਅੱਜ ਦੂਜੀ ਮਾਂ ਨੇ ਮੇਰੇ ਮੂੰਹ ਤੇ ਚਪੇੜਾਂ ਮਾਰੀਆਂ। ਨਾਲੇ ਉਹਨੇ ਆਖਿਆ ਵੀ ਜੇ ਇੱਥੇ ਬਹਿਣਾ ਪਿਤਾ ਦੀ ਗੋਦੀ ਵਿੱਚ ਧੁਣੇ ਹੀ ਬਹਿਣਾ, ਧੁਣੇ ਹੀ ਰਾਜ ਦਾ ਮਾਲਕ ਬਣਦਾ। ਜੇ ਰਾਜ ਗੱਦੀ ਤੇ ਬੈਠਣਾ ਸੀ ਤੇ ਮੇਰੀ ਕੁੱਖ ਤੋਂ ਜਨਮ ਲੈਂਦਾ। ਮਾਂ ਇਹ ਚਪੇੜਾਂ ਕਿਉਂ ਵੱਜਦੀਆਂ? ਮਾਤਾ ਤੇਰੀ ਗੋਲੀਆਂ ਵਾਲੀ ਹਾਲਤ ਕਿਉਂ ਹੈ? ਭਗਤ ਧਰੂ ਦੀ ਸਿਆਣੀ ਮਾਂ ਸੀ। ਉਹਨੇ ਇਹ ਨਹੀਂ ਆਖਿਆ ਸਾਧ ਸੰਗਤ ਜੀ ਵੀ ਤੂੰ ਵੱਡਾ ਹੋਵੇਂਗਾ ਤੇ ਫਿਰ ਤੂੰ ਇਹ ਰਾਜ ਭਾਗ ਖੋਹ ਲਵੀਂ, ਜਾਂ ਡਾਂਗ ਸੋਟਾ ਖੜਕਾਈ, ਜਾਂ ਲੜਾਈ ਝਗੜਾ ਕਰੀ, ਜਾਂ ਆਪਣਾ ਹਿੱਸਾ ਵਡਾਵੀਂ। ਇਹ ਗੱਲ ਨਹੀਂ ਆਖੀ। ਭਗਤ ਧਰੂ ਦੀ ਮਾਤਾ ਨੇ ਆਖਿਆ, ਪੁੱਤਰ ਮੇਰੀ ਗੋਲੀਆਂ ਵਾਲੀ ਹਾਲਤ ਤਾਂ ਹੋ ਰਹੀ ਹੈ ਤੇ ਤੇਰੇ ਮੂੰਹ ਤੇ ਚਪੇੜਾਂ ਤਾਂ ਵੱਜ ਰਹੀਆਂ ਵੀ ਆਪਾਂ ਭਗਤੀ ਨਹੀਂ ਕੀਤੀ, ਆਪਾਂ ਨਾਮ ਨਹੀਂ ਜਪਿਆ, ਨਿਸ਼ਕਾਮ ਕਰਮ ਨਹੀਂ, ਚੰਗੇ ਕਰਮ ਨਹੀਂ ਕੀਤੇ। ਭਾਈ ਗੁਰਦਾਸ ਸਾਹਿਬ ਜੀ ਨੇ ਸਾਰਾ ਜ਼ਿਕਰ ਕੀਤਾ ਹੈ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੁੱਡੋ ਲਿਕਾ ਮਾਂ ਪੁੱਛੈ, ਤੂੰ ਸਾਵਾਣੀ ਹੈ ਕਿ ਸੁਰੀਤਾ। ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਫਿਰ ਪੁੱਛਦਾ, ਮਾਂ ਕਿਹੜਾ ਉਦਮ ਕਰਨਾ ਚਾਹੀਦਾ ਜਿਸ ਕਰਕੇ ਰਾਜ ਭਾਗ ਮਿਲ ਜਾਵੇ? ਘਰ ਦੇ ਹੀ ਦੁਸ਼ਮਣ ਬਣੇ ਪਏ ਆਏ, ਸ਼ਤਰੂ ਮਿੱਤਰ ਕਿਵੇਂ ਬਣਨ? ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਿਤ ਪਨੀਤਾ। ਸਿਆਣੀ ਮਾਂ ਨੇ ਆਖਿਆ, ਧਰੂ ਪੁੱਤਰ ਪਰਮੇਸ਼ਰ ਦੀ ਆਰਾਧਨਾ ਕਰੀਏ ਤੇ ਪਾਪੀਆਂ ਤੋਂ ਵੀ ਪਵਿੱਤਰ ਬਣ ਜਾਈਦਾ। ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਿਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਪਿਛੋ ਰਾਜੇ ਸੱਦਿਆ, ਵਿਚਲ ਰਾਜ ਕਰੋ ਨਿਤ ਨੀਤਾ। ਨਾਰਦ ਮੁਨੀ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ। 5 ਸਾਲਾਂ ਦਾ ਸੀ ਧਰੂ। ਮਹਾਰਾਜ ਨੇ ਆਖਿਆ, ਸਿਮਰਨ ਕਰਕੇ ਤੇ ਪ੍ਰਭੂ ਦੀ ਪ੍ਰਾਪਤੀ ਤੇ ਅਮਰ ਪਦਵੀ ਪ੍ਰਾਪਤ ਕੀਤੀ। 5 ਬਰਖ ਕੋ ਅਨਾਥ ਧਰੂ ਬਾਰਿਕ, ਹਰ ਸਿਮਰਤ ਅਮਰ ਅਟਾਰੇ। ਅਮਰ ਤੇ ਅਟਲ ਪਦਵੀ ਪ੍ਰਾਪਤ ਕੀਤੀ। ਸਾਰਾ ਬ੍ਰਹਿਮੰਡ ਧਰੂ ਦੀਆਂ ਪ੍ਰਕਰਮਾ ਪਿਆ ਕਰਦਾ। ਧਰੂ ਨੂੰ ਅਟਲ ਪਦਵੀ ਪ੍ਰਾਪਤ ਹੋਈ। ਜਦੋਂ ਥੋੜਾ ਹੀ ਸਮਾਂ ਹੋਇਆ ਆਰਾਧਨਾ ਕਰਦਿਆਂ ਤੇ ਪਰਮੇਸ਼ਰ ਨੇ ਦਰਸ਼ਨ ਦਿੱਤੇ ਤੇ ਆਖਿਆ, ਧਰੂ ਮੰਗ ਕੀ ਚਾਹੀਦਾ ਹੈ? ਆਖਿਆ, ਜੀ ਸਾਰੀਆਂ ਆਸਾਂ ਹੀ ਮੁੱਕ ਗਈਆਂ, ਇੱਛਾਵਾਂ ਹੀ ਸਮਾਪਤ ਹੋ ਗਈਆਂ, ਕੁਝ ਨਹੀਂ ਚਾਹੀਦਾ। ਕਹਿੰਦੇ, ਨਹੀਂ ਹੁਣ ਭਾਵੇਂ ਤੇਰੇ ਮਨ ਦੀਆਂ ਭੁੱਖਾਂ ਮਿਟ ਗਈਆਂ, ਕਿਉਂਕਿ ਨਾਮ ਦੀ ਬਰਕਤ ਇਹ ਹੈ। ਮਹਾਰਾਜ ਕਹਿੰਦੇ, ਨਾਮ ਜਿਹੜਾ ਜਪਦਾ ਉਹਦੇ ਮਨ ਦੀਆਂ ਭੁੱਖਾਂ ਮੇਟ ਦਿੰਦਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਹਿਣ ਲੱਗਾ, ਜੀ ਕੋਈ ਇੱਛਾ ਨਹੀਂ ਰਹਿ ਗਈ, ਸਭ ਇੱਛਾ ਸਮਾਪਤ ਹੋ ਗਈਆਂ। ਕਹਿੰਦੇ, ਹੁਣ ਭਾਵੇਂ ਤੇਰੇ ਮਨ 'ਚ ਕੋਈ ਇੱਛਾ ਨਹੀਂ, ਪਰ ਜਿਸ ਵੇਲੇ ਤੂੰ ਨਾਮ ਜਪਣ ਦਾ ਉਦਮ ਕੀਤਾ ਸੀ, ਉਦੋਂ ਰਾਜ ਭਾਗ ਦੀ ਇੱਛਾ ਲੈ ਕੇ ਜਪਣ ਲੱਗਾ ਸੀ। ਪਹਿਲਾਂ ਦੁਨੀਆ ਦਾ ਰਾਜ ਭਾਗ ਕਰ ਤੇ ਫਿਰ ਤੈਨੂੰ ਅਮਰ ਤੇ ਅਟਲ ਪਦਵੀ ਬਖਸ਼ਿਸ਼ ਕੀਤੀ। ਧਰੂ ਨੇ ਜਪਿਆ ਤੇ ਇਹ ਪ੍ਰਾਪਤੀ ਹੋਈ।
ਹੋਰ ਵੀ ਜਿਨ੍ਹਾਂ ਜਿਨ੍ਹਾਂ ਨੇ ਜਪਿਆ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਪੂਰੇ ਹੋ ਗਏ। ਪੰਚਮ ਪਾਤਸ਼ਾਹ ਕਹਿੰਦੇ, ਹੇ ਮੇਰੇ ਮਨਾ, ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ, ਕਾਰਜ ਤੇਰਾ ਹੋਵੇ ਪੂਰਾ, ਤੇਰਾ ਕਾਰਜ ਵੀ ਪੂਰਾ ਹੋ ਜਾਵੇਗਾ। ਹਰ 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 ਗੁਣ ਗਾਏ ਮਨ ਮੇਰੇ। 3 ਵਾਰੀ ਆਖਿਆ ਹਰ ਪਦ, ਕਿ ਜਿਹੜਾ ਹਰੀ ਪਿਛਲੇ ਸਮੇਂ ਵਿੱਚ ਵੀ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਸੀ, ਵਰਤਮਾਨ ਕਾਲ ਵਿੱਚ ਹੁਣ ਵੀ ਹਰੇ ਭਰੇ ਕਰ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਜਿਹੜਾ ਸਾਰੇ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਹਰੀ ਹੈ, ਉਸ ਹਰੀ ਦੇ ਗੁਣਾਂ ਨੂੰ ਗਾਉਣਾ ਕਰ ਮਨ ਮੇਰੇ। ਹੇ ਮੇਰੇ ਮਨਾ, ਉਸ ਪ੍ਰਭੂ ਦੇ ਗੁਣਾਂ ਨੂੰ ਗਾਉਣਾ ਕਰ, ਜਿਹੜਾ ਵਾਹਿਗੁਰੂ ਤਿੰਨਾਂ ਕਾਲਾਂ ਵਿੱਚ ਹੈ, ਪਿੱਛੇ ਵੀ ਹਰੇਕ ਥਾਂ ਤੇ ਵਸਣ ਵਾਲਾ ਸੀ, ਹੁਣ ਵੀ ਹਰ ਥਾਂ ਤੇ ਵਸ ਰਿਹਾ ਹੈ, ਤੇ ਅਗਲੇ ਸਮੇਂ 'ਚ ਵੀ ਹਰ ਥਾਂ ਤੇ ਵਸੇਗਾ। ਹਰ 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 ਗੁਣ ਗਾਏ ਮਨ ਮੇਰੇ। ਹੇ ਮੇਰੇ ਮਨਾ, ਉਸ ਹਰੀ ਦੇ ਗੁਣਾਂ ਨੂੰ ਗਾਉਣਾ ਕਰ, ਜੋ ਐਸਾ ਪਰਮੇਸ਼ਰ ਹੈ। ਤੇ ਜਦੋਂ ਤੂੰ ਉਸ ਪ੍ਰਭੂ ਦੇ ਗੁਣ ਗਾਵੇਂਗਾ ਤੇ ਫਿਰ ਤੇਰਾ ਕਾਰਜ ਪੂਰਾ ਹੋ ਜਾਵੇਗਾ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ, ਤੁਮ ਹੀ ਕਾਰਨ ਕਰਨ। ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਜੀ, ਤੁਮ ਹੀ, ਤੁਸੀਂ ਆਪ ਹੀ ਇਹ ਸੰਸਾਰ ਰੂਪੀ ਕਾਰਨ ਨੂੰ, ਜਿਹੜਾ ਆਪ ਜੀ ਦਾ ਪੈਦਾ ਕੀਤਾ ਹੋਇਆ ਜਗਤ ਹੈ, ਇਹਨੂੰ ਪੈਦਾ ਕਰਨ ਵਾਲੇ ਹੋ। ਤੁਸੀਂ ਆਪ ਹੀ ਸਾਰੇ ਕਾਰਨਾਂ ਨੂੰ ਕਰਨ ਵਾਲੇ ਹੋ। 5 ਤੱਤਾਂ ਦੇ ਰਾਹੀਂ ਸੰਸਾਰ ਨੂੰ ਪੈਦਾ ਕੀਤਾ ਹੈ। ਇਹ ਸੰਸਾਰ ਨੂੰ ਪੈਦਾ ਕਰਨ ਵਾਲੇ ਵੀ ਤੁਸੀਂ ਹੋ, ਤੇ 5 ਤੱਤਾਂ ਨੂੰ ਵੀ ਤੁਸੀਂ ਹੀ ਪੈਦਾ ਕਰਨ ਵਾਲੇ ਹੋ। ਸਾਰੇ ਕਾਰਨਾਂ ਨੂੰ ਕਰਨ ਵਾਲੇ ਆਪ ਹੀ ਹੋ। ਚਰਨ ਕਮਲ ਹਰ ਸਰਨ। ਪ੍ਰਭੂ ਆਪ ਜੀ ਦੇ ਸੋਹਣੇ ਚਰਨਾਂ ਕਮਲਾਂ ਦੀ ਅਸੀਂ ਸ਼ਰਨ ਵਿੱਚ ਹਾਂ। ਆਪ ਜੀ ਦੇ ਜਿਹੜੇ ਚਰਨ ਹਨ ਨਾ, ਕਮਲ ਫੁੱਲ ਦੀ ਤਰ੍ਹਾਂ ਜਿਹੜੇ ਸੁੰਦਰ ਹਨ, ਜਿਵੇਂ ਕਮਲ ਫੁੱਲ ਦੇ ਵਿੱਚ ਕੋਮਲਤਾ ਹੈ, ਸੁਗੰਧੀ ਹੈ, ਆਪ ਜੀ ਦੇ ਚਰਨਾਂ ਦੇ ਵਿੱਚ ਭਗਤੀ ਰੂਪੀ ਸੁਗੰਧੀ ਹੈ, ਭਗਤੀ ਰੂਪੀ ਸੁਗੰਧੀ ਹੈ। ਆਪ ਜੀ ਦੇ ਸ਼ਬਦ ਰੂਪੀ ਚਰਨਾਂ ਦੀ ਅਸੀਂ ਸ਼ਰਨ ਵਿੱਚ ਹਾਂ। ਆਪ ਜੀ ਦੇ ਚਰਨਾਂ ਕਮਲਾਂ ਦੀ ਅਸੀਂ ਸ਼ਰਨ ਗ੍ਰਹਿਣ ਕੀਤੀ ਹੈ। ਮਾਨ ਤਾਨ ਹਰ ਉਹੀ ਧਿਆਇਆ। ਗਰੀਬ ਨਵਾਜ ਕਹਿੰਦੇ, ਹੈ ਭਾਈ, ਅਸੀਂ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਉਸ ਹਰੀ ਨੂੰ ਧਿਆਉਣਾ ਕੀਤਾ ਹੈ, ਜਿਹੜਾ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ, ਜੋ ਸਰਬ ਕਲਾ ਸਮਰੱਥ ਹੈ, ਜੋ ਵਾਹਿਗੁਰੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਉਸ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਮਨ ਕਰਕੇ ਤਨ ਕਰਕੇ ਧਿਆਉਣਾ ਕੀਤਾ ਹੈ। ਆਨੰਦ ਹਰ ਰੂਪ ਦਿਖਾਇਆ। ਜਦੋਂ ਉਸ ਨੂੰ ਧਿਆਇਆ ਨਾ, ਤੇ ਉਹਦੇ ਧਿਆਉਣੇ ਕਰਕੇ ਸਾਨੂੰ ਆਨੰਦ ਦੀ ਪ੍ਰਾਪਤੀ ਹੋਈ, ਤੇ ਹਰੀ ਪਰਮੇਸ਼ਰ ਨੇ ਆਪਣਾ ਰੂਪ ਸਾਨੂੰ ਵਿਖਾ ਦਿੱਤਾ। ਮਹਾਰਾਜ ਸਾਹਿਬ ਜੀ ਦੱਸ ਰਹੇ ਆ ਕਿ ਭਾਈ ਗੁਰਮੁਖੋ, ਜਦੋਂ ਮਨ ਕਰਕੇ ਤਨ ਕਰਕੇ ਉਸ ਹਰੀ ਨੂੰ ਤੁਸੀਂ ਧਿਆਓਗੇ, ਤੁਹਾਨੂੰ ਆਨੰਦ ਵੀ ਪ੍ਰਾਪਤ ਹੋਵੇਗਾ, ਤੇ ਹਰੀ ਪਰਮੇਸ਼ਰ ਆਪਣਾ ਰੂਪ ਵੀ ਵਿਖਾ ਦੇਵੇਗਾ, ਆਪਣੇ ਦਰਸ਼ਨ ਵੀ ਵਿਖਾ ਦੇਵੇਗਾ। ਜਿਨ੍ਹਾਂ ਜਿਨ੍ਹਾਂ ਨੇ ਧਿਆਇਆ, ਉਹਨਾਂ ਨੇ ਫਿਰ ਪਰਮੇਸ਼ਰ ਵਾਹਿਗੁਰੂ ਜੀ ਦੇ ਪ੍ਰਤੱਖ ਦੀਦਾਰ ਵੀ ਪ੍ਰਾਪਤ ਕੀਤੇ, ਜਿਵੇਂ ਭਗਤ ਧੰਨਾ ਜੀ ਨੂੰ ਪ੍ਰਾਪਤ ਹੋਏ, ਜਿਵੇਂ ਭਗਤ ਕਬੀਰ ਸਾਹਿਬ ਜੀ ਨੂੰ ਪ੍ਰਾਪਤ ਹੋਏ। ਜਿਨ੍ਹਾਂ ਭਗਤਾਂ ਦੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹਨਾਂ ਨੇ ਪ੍ਰਤੱਖ ਵਾਹਿਗੁਰੂ ਜੀ ਦੇ ਦੀਦਾਰ ਪ੍ਰਾਪਤ ਕੀਤੇ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ ਉਹਨਾਂ ਦੀ ਮਹਿਮਾ ਦੇ ਵਿੱਚ, ਪੰਚਮ ਪਾਤਸ਼ਾਹ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਵੀ ਉਸ ਗੋਬਿੰਦ ਦੇ ਨਾਲ ਭਗਤ ਨਾਮਦੇਵ ਜੀ ਨੇ ਆਪਣਾ ਮਨ ਲੀਨ ਕਰ ਦਿੱਤਾ, ਅਭੇਦ ਕਰ ਦਿੱਤਾ। ਆਠ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਲੋਕ ਤਾਂ ਕਹਿੰਦੇ ਸੀ ਅੱਧੀ ਕੌਡੀ ਦਾ ਸ਼ੀਂਬਾ, ਮਾਰੇ ਕਹਿੰਦੇ ਉਹ ਬੇਕੀਮਤੀ ਹੋ ਗਿਆ, ਉਹ ਲੱਖਾਂ ਦਾ ਹੋ ਗਿਆ, ਕਿਉਂਕਿ ਉਹਨੇ ਆਪਣਾ ਮਨ ਪ੍ਰਭੂ ਦੇ ਨਾਲ ਲੀਨ ਕਰ ਦਿੱਤਾ। ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨਾ। ਤੇ ਪ੍ਰਤੱਖ ਪਰਮੇਸ਼ਰ ਨੇ ਅਨੇਕਾਂ ਵਾਰੀ ਦੀਦਾਰ ਦਿੱਤੇ,
ਮਹਾਰਾਜ ਨੇ ਤਾਂ ਕਹਿ ਦਿੱਤਾ ਪਰਮੇਸ਼ਰ ਨਾਮਦੇਵ ਸਾਹਿਬ ਜੀ ਦੇ ਨਾਲ ਹੀ ਵਸਦੇ ਆ। ਪਰ ਜਦੋਂ ਵੀ ਕੋਈ ਕਾਰਜ ਬਣਿਆ, ਜਿਵੇਂ ਉਹ ਰਾਜੇ ਦੀ ਗਾਂ ਮਰ ਗਈ ਸੀ, ਉਹਨੇ ਭਗਤ ਜੀ ਨੂੰ ਸੱਦ ਲਿਆ ਸੀ ਵੀ ਇਹ ਗਾਂ ਜਿਉਂਦੀ ਕਰ। 8 ਘੜੀਆਂ ਦੀ ਮੋਹਲਤ ਦੇ ਦਿੱਤੀ ਸੀ, ਜਾਂ ਮੁਸਲਮਾਨ ਹੋ ਜਾ, ਜਾਂ ਗਾਂ ਜਿਉਂਦੀ ਕਰ, ਜਾਂ ਮਰਨ ਵਾਸਤੇ ਤਿਆਰ ਹੋ ਜਾ। ਉਹ ਸਾਰੇ ਸ਼ਬਦ ਵਿੱਚ ਸਾਰਾ ਵਿਸਥਾਰ ਆਉਂਦਾ ਹੈ। 7 ਘੜੀ ਜਬ ਬੀਤੀ ਸੁਣੀ ਅਜ ਹੁਣ ਆਇਓ ਤੇਰੇ ਭਵਨ ਧਣੀ ਪਾਖੰਤਨ ਬਾਜ ਬਜਾਏ ਲਾ ਗਰੁੜ ਚੜੇ ਗੋਬਿੰਦ ਆਏ ਲਾ। ਫਿਰ ਕਹਿ ਦਿੱਤਾ ਸੀ ਨਾਮਦੇਵ ਸਾਹਿਬ ਜੀ ਨੂੰ, ਕਹਿ ਤਾਂ ਧਰਨ ਇਕੋਡੀ ਕਰੋ, ਕਹਿ ਤਾਂ ਲੇਕਰ ਉੱਪਰ ਧਰੋ, ਜੇ ਆਖੇ ਤੇ ਧਰਤੀ ਟੇਢੀ ਕਰ ਦਈਏ। ਦਰਸ਼ਨ ਦੇ ਕੇ ਹੀ ਆਖਿਆ ਸੀ ਜਦੋਂ ਗੱਲਬਾਤ ਕੀਤੀ। ਨਾਲੇ ਆਨੰਦ ਪ੍ਰਾਪਤ ਹੋਇਆ ਧਿਆਉਣ ਵਾਲਿਆਂ ਨੂੰ, ਨਾਲੇ ਹਰ ਰੂਪ ਦਿਖਾਇਆ। ਹਰੀ ਨੇ ਆਪਣਾ ਰੂਪ ਵਿਖਾਇਆ ਆਪਣੇ ਪਿਆਰਿਆਂ ਨੂੰ, ਆਪਣਾ ਦਰਸ਼ਨ ਵਿਖਾਇਆ। ਤਾਂ ਹੀ ਨਾਮਦੇਵ ਸਾਹਿਬ ਨੂੰ ਦਰਸ਼ਨ ਦੇ ਕੇ ਹੀ ਆਖਿਆ ਵੀ ਜੇ ਤੂੰ ਆਖੇ ਤੇ ਟੇਢੀ ਜੀ ਕਰ ਦਈਏ ਧਰਤੀ। ਤੇ ਬੇਨਤੀ ਕੀਤੀ ਮਹਾਰਾਜ ਗਲਤੀ ਇੱਕ ਰਾਜੇ ਦੀ ਆ ਤੇ ਸਜ਼ਾ ਸਾਰੀ ਨੂੰ ਦੇ ਦੇਣੀ ਸ੍ਰਿਸ਼ਟੀ ਨੂੰ। ਕਹਿ ਤਾਂ ਧਰਨ ਇਕੋਡੀ ਕਰੋ, ਕਹਿ ਤਾਂ ਲੇਕਰ ਉੱਪਰ ਧਰੋ, ਜੇ ਆਖੇ ਤੇ ਇਹਦੇ ਉੱਤੇ ਹੀ ਸਾਰੀ ਰੱਖ ਦਈਏ। ਕਹਿ ਤਾਂ ਮੋਈ ਗਊ ਦਿਓ ਜੀ ਆਏ, ਸਭ ਕੋਈ ਦੇਖੈ ਪਤੀ ਆਏ। ਕਹਿੰਦੇ ਜੀ ਆ ਗਾਂ ਮਰੀ ਤੋਂ ਹੀ ਇਹਨੇ ਖਹਿੜਾ ਕੀਤਾ, ਇਹੀ ਜਿਉਂਦੀ ਕਰ ਦੋ। ਫਿਰ ਉਹ ਜਿਉਂਦੀ ਕੀਤੀ ਸੀ। ਭਗਤ ਧੰਨਾ ਜੀ ਨੂੰ ਵੀ ਪ੍ਰਤੱਖ ਦਰਸ਼ਨ ਦਿੱਤੇ ਸੀ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਪਣੇ ਪਿਆਰਿਆਂ ਨੂੰ ਦਰਸ਼ਨ ਵੀ ਦਿੱਤੇ, ਕਾਰਜ ਵੀ ਪੂਰੇ ਕੀਤੇ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਜਿਹੜੇ ਜਿਹੜੇ ਪ੍ਰਭੂ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਆਨੰਦ ਵੀ ਪ੍ਰਾਪਤ ਹੁੰਦਾ ਹੈ ਤੇ ਹਰੀ ਆਪਣਾ ਰੂਪ ਵੀ ਵਿਖਾਉਂਦਾ ਹੈ। ਮਹਾਰਾਜ ਕਹਿੰਦੇ ਅਸੀਂ ਮਨ ਕਰਕੇ ਤਨ ਕਰਕੇ ਜਦੋਂ ਹਰੀ ਉਸ ਨੂੰ ਧਿਆਇਆ, ਆਨੰਦ ਹਰ ਰੂਪ ਦਿਖਾਇਆ। ਤੇ ਹਰੀ ਨੇ ਆਪਣਾ ਉਹ ਰੂਪ ਵਿਖਾਇਆ ਜਿਹੜਾ ਆਨੰਦ ਵਾਲਾ ਸਰੂਪ ਹੈ। ਪਰਮੇਸ਼ਰ ਦਾ ਸਰੂਪ ਆਨੰਦ ਸਰੂਪ ਹੈ। ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਜੀ ਦਾ ਰੂਪ ਹੈ। ਤਾਂ ਉਹ ਜਿਹੜਾ ਸਰੂਪ ਹੈ ਨਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਉਹ ਆਨੰਦ ਰੂਪ ਵਾਹਿਗੁਰੂ ਜੀ ਨੇ ਆਪਣਾ ਵਿਖਾ ਦਿੱਤਾ। ਤੇ ਜਿਸ ਨੂੰ ਪ੍ਰਭੂ ਦੇ ਦੀਦਾਰ ਪ੍ਰਾਪਤ ਹੁੰਦੇ ਆ ਉਸ ਨੂੰ ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੇ ਆਨੰਦ ਐਸਾ ਹੈ ਜਿਸ ਦੇ ਮਹਾਰਾਜ ਕਹਿੰਦੇ ਫਿਰ ਬਦਲੇ ਤੇ ਦੂਸਰਾ ਕੁਝ ਨਹੀਂ ਹੈ। ਜਿਵੇਂ ਖੁਸ਼ੀ ਦੇ ਬਰਾਬਰ ਗਮੀ ਹੈ, ਦੁੱਖ ਦੇ ਬਰਾਬਰ ਸੁੱਖ ਹੈ, ਸੁੱਖ ਦੇ ਬਰਾਬਰ ਦੁੱਖ ਹੈ, ਉਸਤਤੀ ਦੇ ਬਰਾਬਰ ਨਿੰਦਿਆ ਹੈ, ਲਾਭ ਦੇ ਬਰਾਬਰ ਘਾਟਾ ਹੈ। ਤੋ ਆਨੰਦ ਦੇ ਬਰਾਬਰ ਨਹੀਂ ਕੁਝ ਵੀ ਹੈ। ਆਨੰਦ ਇੱਕ ਐਸੀ ਅਵਸਥਾ ਹੈ ਜਿਸ ਨੂੰ ਫਿਰ ਪ੍ਰਾਪਤ ਹੋ ਗਿਆ, ਉਹ ਵਾਹਿਗੁਰੂ ਦੇ ਭਾਣੇ ਵਿੱਚ ਰਜਾ ਵਿੱਚ ਚੱਲਦਾ ਹੈ ਤੇ ਖੇੜੇ 'ਚ ਰਹਿੰਦਾ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜਿਸ ਨੂੰ ਮਹਾਰਾਜ ਨੇ ਸੁਖਮਨੀ ਸਾਹਿਬ 'ਚ ਇਸ ਤਰ੍ਹਾਂ ਕਥਨ ਕੀਤਾ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਜਿਸ ਨੂੰ ਆਨੰਦ ਪ੍ਰਾਪਤ ਹੋ ਗਿਆ, ਤੈਸਾ ਹਰਖ ਤੈਸਾ ਉਸ ਸੋਗ। ਜੇ ਖੁਸ਼ੀ ਆ ਗਈ ਤੇ ਤਾਂ ਵੀ ਉਹਦੀ ਅਵਸਥਾ ਉਸੇ ਤਰ੍ਹਾਂ ਦੀ ਹੈ, ਜੇ ਸੋਗ ਦਾ ਸਮਾਂ ਆਇਆ ਤੇ ਤਾਂ ਵੀ ਉਹਦੀ ਅਵਸਥਾ ਉਸੇ ਤਰ੍ਹਾਂ ਦੀ ਹੈ, ਸਮਾਨ ਹੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਬਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਮਹਾਰਾਜ ਕਹਿੰਦੇ ਹਰੀ ਨੇ ਆਪਣਾ ਆਨੰਦ ਰੂਪ ਵਿਖਾਇਆ ਹੈ। ਤਿਸਹੀ ਕੀ ਓਟ ਸਦੀਵ, ਤਿਸ ਆਨੰਦ ਸਰੂਪ ਪਰਮੇਸ਼ਰ ਦੀ ਹੀ ਸਾਨੂੰ ਓਟ ਹੈ ਤੇ ਸਦੀਵ ਸਦਾ ਵਾਸਤੇ ਉਸ ਵਾਹਿਗੁਰੂ ਦੀ ਓਟ ਹੈ। ਜਾ ਕੇ ਕੀਨੇ ਹੈ ਜੀਵ, ਜਿਸ ਵਾਹਿਗੁਰੂ ਜੀ ਦੇ ਇਹ ਸਾਰੇ ਜੀਵ ਪੈਦਾ ਕੀਤੇ ਹੋਏ ਆ, ਉਸ ਵਾਹਿਗੁਰੂ ਜੀ ਦੀ ਸਦੀਵ ਕਾਲ ਸਾਨੂੰ ਓਟ ਹੈ, ਹੋਰ ਕਿਸੇ ਦੀ ਓਟ ਨਹੀਂ ਹੈ। ਮਹਾਰਾਜ ਕਹਿੰਦੇ ਮਨੁੱਖ ਦੀ ਓਟ ਕੀ ਲੈਣੀ ਹੈ ਭਾਈ। ਇਹਦਾ ਭਾਵ ਹੀ ਨਹੀਂ ਵੀ ਮਨੁੱਖ ਦੀ ਨਿੰਦਿਆ ਕਰਨੀ ਹੈ, ਮਨੁੱਖ ਨਾਲ ਨਫ਼ਰਤ ਕਰਨੀ ਹੈ, ਨਫ਼ਰਤ ਨਹੀਂ। ਪਰ ਮਹਾਰਾਜ ਕਹਿੰਦੇ ਭਾਈ ਬੰਦੇ ਦੀ ਓਟ ਜਿਹੜੀ ਹੈ ਇਹ ਛੋਟੀ ਹੈ। ਇਨਸਾਨ ਦੀ ਓਟ ਜਿਹੜੀ ਹੈ, ਆਸਰਾ ਉਹ ਛੋਟਾ ਜਿਹਾ ਕਿਸੇ ਦਾਇਰੇ ਵਿੱਚ ਹੈ, ਕਿਸੇ ਸੀਮਾ ਵਿੱਚ ਹੈ। ਤੇ ਭਗਵਾਨ ਦੀ ਜਿਹੜੀ ਓਟ ਹੈ ਉਹ ਅਸੀਮ ਹੈ, ਉਹ ਬੇਅੰਤ ਹੈ, ਉਹ ਬੜੀ ਵੱਡੀ ਹੈ।
ਗਰੀਬ ਨਵਾਜ ਨੇ ਸੁਖਮਨੀ ਸਾਹਿਬ 'ਚ ਵੀ ਇਹੀ ਬਚਨ ਕਹੇ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ। ਇਹ ਤਾਂ ਵਿਅਰਥ ਹੈ, ਪਤਾ ਨਹੀਂ ਕਿਹੜੇ ਵੇਲੇ ਮਨੁੱਖ ਨੇ ਧੋਖਾ ਦੇ ਜਾਣਾ, ਨਹੀਂ ਸਾਥ ਨਿਭਾਉਣ ਵਾਲਾ ਹੈ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਜਿਸ ਕੈ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਮਨੁੱਖ ਦੇ ਦਿੱਤਿਆਂ ਪੂਰੀ ਵੀ ਨਹੀਂ ਪੈਂਦੀ, ਰੱਜ ਵੀ ਨਹੀਂ ਆਉਂਦਾ ਹੈ। ਰੱਜ ਉਦੋਂ ਹੀ ਆਉਂਦਾ ਜਦੋਂ ਵਾਹਿਗੁਰੂ ਦਿੰਦਾ ਹੈ। ਜਿਸ ਕੈ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਮਾਰਨ ਵਾਲਾ ਵੀ ਉਹ ਹੈ ਤੇ ਰੱਖਣ ਵਾਲਾ ਵੀ ਉਹ ਹੈ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਓਟ ਵੀ ਉਹਦੀ ਲੈਣਾ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ। ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਏ। ਉਸ ਵਾਹਿਗੁਰੂ ਦੀ ਸਾਨੂੰ ਸਦਾ ਵਾਸਤੇ ਓਟ ਹੈ, ਜਿਸ ਦੇ ਪੈਦਾ ਕੀਤੇ ਹੋਏ ਇਹ ਸਾਰੇ ਜੀਵ 84 ਲੱਖ ਜੂਨਾਂ ਹਨ। ਸਿਮਰਤ ਹਾਰ ਕਰਤ ਨਿਧਾਨ। ਜਿਹੜਾ ਭਾਈ ਹਰੀ ਦਾ ਸਿਮਰਨ ਕਰਦਾ ਹੈ ਨਾ, ਉਸ ਹਰੀ ਨੂੰ ਸਿਮਰਦਾ ਹੈ, ਤੇ ਹਰੀ ਪਰਮੇਸ਼ਰ ਆਪਣੀ ਸਿਮਰਨ ਕਰਨ ਵਾਲੇ ਨੂੰ ਕਰਤ ਨਿਧਾਨ, ਉਸ ਸਿਮਰਨ ਕਰਨ ਵਾਲੇ ਨੂੰ ਹੀ ਨਿਧਾਨ ਕਰ ਦਿੰਦਾ ਹੈ। ਉਹਨੂੰ ਖਜ਼ਾਨੇ ਨਹੀਂ ਦਿੰਦਾ, ਉਹਨੂੰ ਖਜ਼ਾਨਾ ਆਪ ਹੀ ਖਜ਼ਾਨਾ ਬਣਾ ਦਿੰਦਾ ਹੈ। ਖਜ਼ਾਨੇ ਤਾਂ ਦਿੰਦਾ ਹੀ ਦਿੰਦਾ ਹੈ। ਮਹਾਰਾਜ ਕਹਿੰਦੇ ਸਿਮਰਤ ਹਾਰ ਕਰਤ ਨਿਧਾਨ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਸਿਮਰਨ ਵਾਲੇ ਨੂੰ ਹੀ ਖਜ਼ਾਨਾ ਬਣਾ ਦਿੰਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਸਿਮਰਨ ਕੀਤਾ ਤੇ ਭਗਤ ਕਬੀਰ ਸਾਹਿਬ ਨੂੰ ਖਜ਼ਾਨੇ ਤਾਂ ਦਿੱਤੇ ਹੀ ਆ, ਪਰ ਭਗਤ ਕਬੀਰ ਸਾਹਿਬ ਨੂੰ ਆਪ ਹੀ ਖਜ਼ਾਨਾ ਬਣਾ ਦਿੱਤਾ। ਭਗਤ ਧੰਨਾ ਜੀ ਨੂੰ ਅੱਜ ਉਹਨਾਂ ਦੀ ਬਾਣੀ ਨੂੰ ਪੜ੍ਹ ਪੜ੍ਹ ਕੇ ਤੇ ਸਾਰੇ ਖਜ਼ਾਨੇ ਪ੍ਰਾਪਤ ਹੋ ਰਹੇ ਆ। ਸੰਸਾਰ ਦੇ ਜੀਵਾਂ ਨੂੰ ਕਲਿਆਣ ਪ੍ਰਾਪਤ ਹੋ ਰਹੀ ਹੈ, ਮੁਕਤੀ ਪ੍ਰਾਪਤ ਹੋ ਰਹੀ ਹੈ, ਦੁਨੀਆ ਦੀ ਦੌਲਤ ਮਿਲ ਰਹੀ ਹੈ, ਗਿਆਨ ਪਰਮਾਰਥ ਦੀ ਦੌਲਤ ਮਿਲ ਰਹੀ ਹੈ। ਮਹਾਰਾਜ ਕਹਿੰਦੇ ਭਾਈ ਸਿਮਰਨ ਕਰਨ ਵਾਲੇ ਨੂੰ ਹੀ ਵਾਹਿਗੁਰੂ ਖਜ਼ਾਨਾ ਬਣਾ ਦਿੰਦਾ ਹੈ। ਰਾਖਨ ਹਾਰ ਨਿਧਾਨ। ਨਿਦਾਨ ਨਾਮ ਹੈ ਅੰਤ ਦਾ, ਓੜਕ ਦਾ। ਅੰਤ ਵੇਲੇ ਵੀ ਉਹ ਰਾਖਣਹਾਰ, ਰੱਖਿਆ ਕਰਨ ਵਾਲਾ ਪਰਮੇਸ਼ਰ ਰੱਖਿਆ ਕਰਦਾ। ਜਦੋਂ ਕੋਈ ਨਹੀਂ ਨਾ ਮਦਦਗਾਰ ਹੁੰਦਾ, ਓੜਕ ਦੇ ਸਮੇਂ ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਅੰਤ ਵੇਲੇ ਵੀ ਉਹ ਹਰੀ ਵਾਹਿਗੁਰੂ ਹੀ ਰੱਖਿਆ ਕਰਦਾ ਹੈ। ਤੇ ਨਿਦਾਨ ਨਾਮ ਮੂਰਖ ਦਾ ਵੀ ਹੁੰਦਾ ਹੈ। ਕਹਿੰਦੇ ਨਾ ਵੀ ਇਹ ਤਾਂ ਨਿਦਾਨ ਜਿਹਾ ਹੀ ਹੈ, ਬੇਸਮਝ ਜਿਹਾ ਹੀ ਹੈ, ਇਹ ਕੋਈ ਦਾਨਾ ਨਹੀਂ ਹੈ, ਕੋਈ ਗਿਆਨ ਵਾਲਾ ਕੋਈ ਦਾਨਾ ਨਹੀਂ ਹੈ, ਤੇ ਨਿਦਾਨ ਬੰਦਾ ਹੈ। ਮਹਾਰਾਜ ਕਹਿੰਦੇ ਉਹ ਨਿਦਾਨ ਦੀ ਵੀ ਰੱਖਿਆ ਕਰਦਾ ਹੈ। ਉਹਦੀ ਸ਼ਰਨ ਵਿੱਚ ਮੂਰਖ ਵੀ ਆ ਜਾਵੇ, ਬੇਸਮਝ ਵੀ ਆ ਜਾਵੇ, ਤੇ ਮੂਰਖਾਂ ਤੋਂ ਗਿਆਨੀ ਬਣਾ ਦਿੰਦਾ ਹੈ। ਕੱਲਾ ਗਿਆਨੀ ਨਹੀਂ ਬਣਾਉਂਦਾ, ਉਹ ਤਾਂ ਮੂਰਖਾਂ ਦੇ ਸਿਰ ਦੇ ਉੱਤੇ ਹੱਥ ਰੱਖ ਦਵੇ ਤੇ ਛੱਜੂ ਝੀਵਰ ਜਿਹੜਾ ਬੇਸਮਝ ਸੀ, ਗੁੰਗਾ ਬੋਲਾ ਸੀ, ਉਹਦੇ ਤੋਂ ਗੀਤਾ ਦੇ ਅਰਥ ਵੀ ਕਰਾ ਦਿੰਦਾ ਹੈ। ਰਾਖਣਹਾਰ ਨਿਦਾਨ। ਨਿਦਾਨ ਅੰਤ ਦਾ ਨਾਮ ਹੀ ਹੈ ਤੇ ਨਿਦਾਨ ਬੇਸਮਝ ਦਾ ਨਾਮ ਵੀ ਹੈ। ਉਹ ਬੇਸਮਝਾਂ ਨੂੰ, ਮੂਰਖਾਂ ਨੂੰ ਵੀ ਰੱਖ ਲੈਂਦਾ ਹੈ। ਸਰਬ ਕੀ ਵੇਣ ਹੋਵੀਜੈ। ਇਸ ਕਰਕੇ ਭਾਈ ਹੰਕਾਰ ਨਹੀਂ ਕਰਨਾ ਚਾਹੀਦਾ, ਸਾਰਿਆਂ ਦੀ ਰੇਣ ਬਣ ਕੇ ਰਹਿਣਾ ਚਾਹੀਦਾ, ਸਾਰਿਆਂ ਦੀ ਚਰਨ ਧੂੜੀ ਬਣ ਕੇ ਰਹਿਣਾ ਚਾਹੀਦਾ ਹੈ। ਆਪ ਮਿਟਾਏ ਮਿਲੀਜੈ। ਆਪਣੇ ਅੰਦਰੋਂ ਆਪਾ ਭਾਵ ਨੂੰ ਮਿਟਾ ਕੇ, ਆਪ ਉਧਰੇਪਣ ਨੂੰ ਮਿਟਾ ਕੇ, ਹੰਕਾਰ ਨੂੰ ਮਿਟਾ ਕਰਕੇ ਉਸ ਵਾਹਿਗੁਰੂ ਜੀ ਦੇ ਨਾਲ ਮਿਲਣਾ ਕਰੀਏ। ਜਿੰਨਾ ਚਿਰ ਆਪ ਹੈ, ਜਿੰਨਾ ਚਿਰ ਹਉਮੈ ਹੈ, ਉਹਨਾਂ ਚਿਰ ਮਿਲਾਪ ਨਹੀਂ, ਦੂਰੀ ਪਈ ਰਵੇਗੀ। ਸਾਰਿਆਂ ਦੀ ਚਰਨ ਧੂੜੀ ਹੋਈਏ, ਆਪਣੇ ਆਪ ਨੂੰ ਮਿਟਾਈਏ, ਨੀਵੇਂ ਹੋਈਏ, ਤਾਂ ਉਸ ਵਾਹਿਗੁਰੂ ਜੀ ਦੇ ਨਾਲ ਮਿਲ ਜਾਵਾਂਗੇ। ਆਨੰਦਨ ਧਿਆਈਐ ਨਾਮ। ਤੇ ਮਿਲਣ ਵਾਸਤੇ ਕੀ ਕਰਨਾ ਪਵੇਗਾ? ਦਿਨੇ ਰਾਤ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਪਵੇਗਾ। ਇਸ ਕਰਕੇ ਦਿਨੇ ਰਾਤ ਧਿਆਈਐ ਨਾਮ, ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੀਏ। ਸਫਲ ਨਾਨਕ ਇਹੋ ਕਾਮ। ਇਹ ਭਾਈ ਕੰਮ ਸਫਲਾ ਹੈ, ਇਹ ਕੰਮ ਸਫਲਤਾ ਦੇਣ ਵਾਲਾ ਹੈ। ਬਾਕੀ ਸਾਰੇ ਕੰਮ ਅਧੂਰੇ ਹਨ, ਇਹੀ ਕੰਮ ਸਫਲ ਹੈ। ਇਹ ਫਲ ਦੇਣ ਵਾਲਾ ਕੰਮ ਹੈ। ਵਾਹਿਗੁਰੂ ਦੇ ਨਾਮ ਨੂੰ ਜਿਹੜਾ ਧਿਆਉਣਾ ਹੈ, ਤੇ ਨਾਮ ਨੂੰ ਧਿਆਵਾਂਗੇ ਤੇ ਫਿਰ ਜੀਵਨ ਦਾ ਜਿਹੜਾ ਕਾਰਜ ਹੈ ਉਹ ਸਫਲਾ ਹੋ ਜਾਵੇਗਾ, ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਤੁਕਾਂ ਹਨ ਸਾਧ ਸੰਗਤ ਜੀ, ਉਹ ਆਈਆਂ ਹਨ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੈ ਪੂਰਾ।
ਹਰ 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 ਗੁਣ ਗਾਏ ਮਨ ਮੇਰੇ, ਕਿ ਮੇਰੇ ਮਨਾ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ ਤਾਂ ਤੇਰਾ ਕਾਰਜ ਪੂਰਾ ਹੋ ਜਾਵੇਗਾ। 2 ਕੁ ਵਾਰੀ ਇਸ ਪੰਕਤੀਆਂ ਨੂੰ ਆਪਾਂ ਗਾ ਲਈਏ ਰਹਾਉ ਦੀਆਂ ਤੁਕਾਂ ਨੂੰ, ਫਿਰ ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਬੁਲਾਵਾਂਗੇ। ਏਕੋ ਨਾਮ ਧਿਆਏ ਮਨ ਮੇਰੇ, ਏਕੋ ਨਾਮ ਧਿਆਏ ਮਨ ਮੇਰੇ, ਏਕੋ ਨਾਮ ਧਿਆਏ ਮਨ ਮੇਰੇ, ਏਕੋ ਨਾਮ ਧਿਆਏ ਮਨ ਮੇਰੇ। ਕਾਰਜ ਤੇਰਾ ਹੋਵੈ ਪੂਰਾ, ਕਾਰਜ ਤੇਰਾ ਹੋਵੈ ਪੂਰਾ, ਕਾਰਜ ਤੇਰਾ ਹੋਵੈ ਪੂਰਾ, ਕਾਰਜ ਤੇਰਾ ਹੋਵੈ ਪੂਰਾ। ਹਰ 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 ਗੁਣ ਗਾਏ ਮਨ ਮੇਰੇ, ਹਰ 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 ਗੁਣ ਗਾਏ ਮਨ ਮੇਰੇ, ਹਰ 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 ਗੁਣ ਗਾਏ ਮਨ ਮੇਰੇ, ਹਰ 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 ਗੁਣ ਗਾਏ ਮਨ ਮੇਰੇ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰੂ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਆਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਸਰਬ ਕੀ ਰੇਣ ਹੋਵੀਜੈ, ਆਪ ਮਿਟਾਏ ਮਿਲੀ ਜੈ ਅਨ ਦਿਨ ਧਿਆਈਐ ਨਾਮ, ਸਫਲ ਨਾਨਕ ਇਹੋ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।